ਵਾਇਸ ਆਫ ਇੰਡੀਆ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਹੌਟਲਾਈਨ ਟੂਡੇ। ਅੱਜ ਇਸ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਨੇ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਜੀ। ਜਵੰਦਾ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਉੱਤੇ, ਖਬਰਾਂ ਦੇ ਉੱਤੇ ਚਰਚਾ ਕਰਾਂਗੇ, ਉਹਨਾਂ 'ਤੇ ਟਿੱਪਣੀਆਂ ਲਵਾਂਗੇ ਜਵੰਦਾ ਜੀ ਦੇ ਕੋਲੋਂ, ਐਕਸਪਰਟ ਐਡਵਾਈਸ ਲਾਂਗੇ ਉਹਨਾਂ ਕੋਲੋਂ। ਸਭ ਤੋਂ ਪਹਿਲੀ ਜਿਹੜੀ ਚਰਚਾ ਕਰਨ ਵਾਲੀ ਗੱਲ ਹੈ ਜੀ, ਤੇ ਫਿਕਰਮੰਦੀ ਵਾਲੀ ਗੱਲ ਹੈ, ਉਹ ਇਹ ਹੈ ਕਿ ਕੈਨੇਡਾ ਦਾ BC ਸੂਬਾ ਬ੍ਰਿਟਿਸ਼ ਕੋਲੰਬੀਆ ਬੜਾ ਪਾਪੂਲਰ ਹੈ ਔਰ ਬੜਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੁੰਦਾ। ਇੰਡੀਆ ਵਿੱਚੋਂ ਕਿਸੇ ਨੇ ਆਉਣਾ ਹੋਵੇ ਤਾਂ ਪਹਿਲੀ ਚੋਇਸ ਉਹਨਾਂ ਦੀ ਹੈਗੀ ਆ ਟੋਰਾਂਟੋ, ਅਤੇ ਦੂਜੀ ਚੋਇਸ ਹੈਗੀ ਆ ਵੈਨਕੂਵਰ ਸਰੀ। ਵੈਨਕੂਵਰ ਸਰੀ ਦੇ ਵਿੱਚ ਬਹੁਤ ਪਿਛਲੇ ਲੰਮੇ ਸਮੇਂ ਤੋਂ ਇੱਕ ਗੱਲ ਜਿਹੜੀ ਆ ਹਮੇਸ਼ਾ ਚਰਚਾ ਦਾ ਸਬਜੈਕਟ ਰਹੀ ਹੈ, ਕੇਂਦਰ ਬਿੰਦੂ ਰਹੀ ਹੈ ਕਿ ਉੱਥੇ ਗੈਂਗ ਵਾਰ ਹੁੰਦੀਆਂ, ਨਸ਼ੇ ਵਿੱਚ ਗਲਤਾਨ ਦੁਨੀਆ ਹੈਗੀ ਆ, ਮੁੜ ਕੇ ਉਹ ਧੜੇ ਬਣ ਜਾਂਦੇ ਆ ਅਤੇ ਫਿਰ ਗੋਲੀਬਾਰੀ ਹੁੰਦੀ ਆ, ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਬਹੁਤੇ ਉਹਨਾਂ 'ਚੋਂ ਪੰਜਾਬੀ ਹੁੰਦੇ। ਹੁਣ ਮੈਨੂੰ ਨਹੀਂ ਪਤਾ ਕਿ ਇਸ ਖਬਰ ਨੂੰ ਅਸੀਂ ਕਿੱਦਾਂ ਪੁੱਟ ਕਰੀਏ। ਅਫਸੋਸਨਾਕ ਤਾਂ ਹੈ ਹੀ ਕਿ BC ਪੁਲਿਸ ਨੇ ਇੱਕ 11 ਮੁੰਡਿਆਂ ਦੀ ਲਿਸਟ ਜਾਰੀ ਕੀਤੀ ਹੈ, ਜਿਹੜੀ ਕਹਿੰਦੇ ਜੀ ਇਹ ਗੈਂਗਸਟਰ ਹੈਗੇ ਵੱਡੇ, ਇਹਨਾਂ ਕੋਲ ਬਚ ਕੇ ਰਹੋ। ਇਹਦਾ ਮਤਲਬ ਬਾਹਰ ਤੁਰੇ ਫਿਰਦੇ ਅਤੇ ਪੁਲਿਸ ਦੇ ਨੋਟਿਸ 'ਚ ਆ ਵੈਸੇ, ਕਹਿੰਦੇ ਇਹਨਾਂ ਕੋਲ ਬਚ ਕੇ ਰਹੋ, ਕਿਤੇ ਇਹ ਨਾ ਹੋਵੇ ਇਹਨਾਂ ਦੀ ਆਪਸੀ ਲੜਾਈ ਵਿੱਚ ਤੁਹਾਡੇ ਸੱਟ ਫਿੱਟ ਲੱਗ ਜਾਵੇ ਜਾਂ ਤੁਹਾਡਾ ਨੁਕਸਾਨ ਹੋ ਜਾਵੇ। ਹੈਰਾਨੀ ਵਾਲੀ ਗੱਲ ਹੈ ਕਿ ਉਹ 11 ਦੇ ਵਿੱਚੋਂ 9 ਜਿਹੜੇ ਆ ਜੀ ਉਹ ਪੰਜਾਬੀ ਗੱਭਰੂ ਆ। ਇਹ ਤੇ ਤੁਹਾਡੀ ਟਿੱਪਣੀ ਮੈਂ ਚਾਹੁੰਦਾ। ਪਹਿਲੀ ਗੱਲ ਤਾਂ ਹੈ ਜੀ ਕਿ ਜਿਹੜਾ ਹੋਲ ਵਰਤਾਰਾ ਹੈਗਾ ਬੜਾ ਅਨਫੋਰਚੂਨੇਟ ਹੈ ਕਿ ਇੱਕ ਵੈਸਟਰਨ ਹੈਮੀਸਫੀਅਰ ਦੇ ਇੰਨੇ ਐਡਵਾਂਸ ਕੰਟਰੀ ਦੇ ਇੱਕ ਇੰਨੇ ਵਿਕਸਿਤ ਸੂਬੇ ਦੇ ਇੱਕ ਬੜੇ ਵੱਡੇ ਸਿਟੀ ਨੂੰ ਇਹ ਅਨਾਉਂਸ ਕਰਨਾ ਪਏ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹੋ ਤੁਸੀਂ, ਪਬਲਿਕ ਨੂੰ। ਠੀਕ ਹੈ ਜੀ। ਦੂਸਰਾ ਇਹ ਕਿ ਡਰੱਗ ਨਾਲ ਰਿਲੇਟਡ ਹੈ ਜਾਂ ਮਰਡਰਰਸ ਹੈਗੇ ਨੇ, ਉਹ ਆਮ ਨਾਟ ਸ਼ੋਰ, ਬਟ ਉਹ ਡੈਫੀਨੇਟਲੀ ਐਸੇ ਐਲੀਮੈਂਟਸ ਹੈਗੇ ਨੇ ਜਿਨ੍ਹਾਂ ਤੋਂ ਪਬਲਿਕ ਨੂੰ ਖਤਰਾ ਹੈਗਾ, ਤਾਂ ਹੀ ਉਹਨਾਂ ਨੇ ਅਨਾਉਂਸ ਕੀਤਾ। ਤੀਸਰੀ ਗੱਲ ਕਿ ਉਹਨਾਂ 'ਚੋਂ 11 'ਚੋਂ 9 ਬੰਦੇ ਜਿਹੜੇ ਨੇ ਉਹ ਪੰਜਾਬੀ ਨੇ। ਹਾਂਜੀ, ਠੀਕ ਹੈ ਜੀ। ਸ਼ਰਮ ਵਾਲੀ ਗੱਲ ਹੈ, ਅਨਫੋਰਚੂਨੇਟ ਹੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਹਿਲੀ ਗੱਲ ਤਾਂ 11 ਦੇ 11 ਉਹ ਲਿਸਟ 'ਚ ਹੋਣੇ ਨਹੀਂ ਚਾਹੀਦੇ ਸੀ। ਅਗਰ 9 ਨਾ ਆਏ ਹੈਗੇ ਨੇ ਤਾਂ ਉਹ ਬੜਾ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਪਰ ਗੱਲ ਫਿਰ ਉੱਥੇ ਹੀ ਆਉਂਦੀ ਹੈ ਕਿ ਇਹਦੇ ਪਿੱਛੇ ਰੀਜ਼ਨ ਕੀ ਹੈ ਜਾਂ ਇਹ ਕਿਉਂ ਵਾਪਰਿਆ। ਬੜਾ ਵੱਡਾ ਸਵਾਲ ਹੈ ਜੀ, ਬੜੇ ਦੇ ਆਨਸਰਸ ਹੋ ਸਕਦੇ ਨੇ। ਇਹਦੇ 'ਚ ਕਈ ਚੀਜ਼ਾਂ ਅਸੀਂ ਸ਼ਾਮਿਲ ਕਰ ਸਕਦੇ ਹਾਂ। ਕਿਹੜੀ ਜਨਰੇਸ਼ਨ ਇੱਥੇ ਆਈ ਹੈ, ਉਹ ਆ ਕੇ ਇੱਥੇ ਉਹਨਾਂ ਨੇ ਮਿਹਨਤ ਕੀਤੀ, ਦੂਜੀ ਥੋੜ੍ਹੀ ਜਿਹੀ ਰਿਲੈਕਸ ਹੋ ਗਈ, ਤੀਜੀ ਹੋਰ ਰਿਲੈਕਸ ਹੋ ਗਈ। ਜਦੋਂ ਰਿਲੈਕਸੇਸ਼ਨ ਆਉਂਦੀ ਆ ਉਦੋਂ ਫਿਰ ਇਹੋ ਜਿਹੇ ਜਿਹੜੇ ਵਰਤਾਰੇ ਹੈ, ਇਹੋ ਜਿਹੇ ਜੀਵਨ ਸ਼ੈਲੀਆਂ ਹੈਗੀਆਂ ਨੇ, ਉਹ ਭਾਰੂ ਹੋ ਜਾਂਦੀ ਹੈ ਇਨਸਾਨ ਦੇ ਉੱਤੇ। ਕਈ ਵਾਰੀ ਇੱਕ ਜਨਰੇਸ਼ਨ ਜਿਹੜੀ ਹੈ ਦੂਸਰੀ ਜਨਰੇਸ਼ਨ ਨੂੰ ਪ੍ਰੋਪਰਲੀ ਉਹਦਾ ਬਰੋਟਅਪ ਨਹੀਂ ਹੁੰਦਾ, ਉਹ ਵੀ ਰੀਜ਼ਨ ਹੈ। ਠੀਕ ਹੈ ਜੀ। ਕਈ ਵਾਰੀ ਕੰਟਰੋਲ ਹੀ ਨਹੀਂ ਹੁੰਦਾ। ਕਈ ਵਾਰੀ ਉਹਨਾਂ ਦੇ ਬੱਚਿਆਂ ਦੇ ਜਿਹੜੇ ਕੰਪੇਨੀਅਨਸ ਹੈਗੇ ਨੇ, ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਹੈਗੇ ਨੇ, ਜਾਂ ਕੰਪਨੀ ਹੈਗੀ ਹੈ, ਜਾਂ ਸਕੂਲ 'ਚ ਜਿਹੜੀ ਉਹਨਾਂ ਦੀ ਜੋ ਵੀ ਉਹਨਾਂ ਦਾ ਆਲਾ ਦੁਆਲਾ ਹੈਗਾ, ਉਹ ਬੜਾ ਮੈਟਰ ਕਰਦਾ। ਅਤੇ ਰਿਲੈਕਸੇਸ਼ਨ, ਮੈਂ ਸ਼ਾਇਦ ਆਪਣੇ ਜਿਹੜੇ ਕੁਐਸਚਨ ਆਨਸਰ ਦੇ ਦਾਇਰੇ 'ਚੋਂ ਬਾਹਰ ਨਹੀਂ ਜਾਵਾਂ, ਅਤੇ ਮੈਂ ਇੰਨੀ ਗੱਲ ਕਹਾਂਗਾ ਕਿ ਜ਼ਿਆਦਾਤਰ ਲੋਕ ਜਿਹੜੇ ਉੱਥੋਂ ਆਉਂਦੇ ਨੇ, ਇੰਡੀਆ ਤੋਂ ਆਉਂਦੇ ਨੇ, ਉਹਨਾਂ ਦਾ ਇਹ ਹੁੰਦਾ ਮੇਨ ਟਾਰਗੇਟ ਕਿ ਅਸੀਂ ਕੈਨੇਡਾ ਪਹੁੰਚ ਜਾਈਏ, ਦੈਟਸ ਇਟ। ਬਾਕੀ ਸਾਰੀਆਂ ਚੀਜ਼ਾਂ ਦਾ ਖਿਆਲ ਜਿਹੜਾ ਉੱਥੋਂ ਦੀ ਗੌਰਮੈਂਟ ਰੱਖ ਲਏਗੀ, ਇਨਕਲੂਡਿੰਗ ਬੱਚੇ ਦੀ ਪਰਵਰਿਸ਼, ਬੱਚੇ ਦੇ ਜਿਹੜੇ ਐਟੀਕੇਟਸ ਹੈ, ਬੱਚੇ ਦੀ ਹੋਰ ਜਿਹੜੇ ਕਰੈਕਟਰ ਬਿਲਡਅਪ ਹੈ, ਸਾਰੇ ਦੀ ਚੀਜ਼ ਕੈਨੇਡੀਅਨ ਗੌਰਮੈਂਟ ਉਹਦਾ ਖਿਆਲ ਰੱਖ ਲਈਏ। ਮੈਂ ਪ੍ਰੈਕਟੀਕਲੀ ਦੇਖਿਆ ਹੈਗਾ, ਪਰ ਇਹ ਲੋਕਾਂ ਦੇ ਐਕਸਪੈਕਟੇਸ਼ਨਸ ਇਸ ਤਰੀਕੇ ਦੀਆਂ। ਹਾਂ, ਉਹ ਇਸ ਤਰ੍ਹਾਂ ਪ੍ਰੈਕਟੀਕਲ ਲਾਈਫ 'ਚ ਇਸ ਤਰ੍ਹਾਂ ਦਾ ਨਹੀਂ ਹੈ। ਤੁਹਾਨੂੰ ਕਈ ਚੀਜ਼ਾਂ ਦਾ ਹੋਮਵਰਕ ਘਰੋਂ ਕਰਨਾ ਪੈਂਦਾ ਹੈਗਾ, ਖਾਸ ਕਰਕੇ ਬੱਚਿਆਂ ਦਾ। ਅਗਰ ਤੁਸੀਂ ਨਹੀਂ ਕਰਦੇ, ਸਾਰਾ ਕੁਝ ਗੌਰਮੈਂਟ ਦੇ ਉੱਤੇ ਸੁੱਟ ਦਿੰਦੇ ਹੋ, ਅਤੇ ਗੌਰਮੈਂਟ ਇੰਨੀ ਕੈਪੇਬਲ ਨਹੀਂ ਹੈ, ਇੰਨੇ ਉਹਨਾਂ ਕੋਲ ਸਾਧਨ ਨਹੀਂ ਹੈ, ਮੈਨ ਪਾਵਰ ਨਹੀਂ ਹੈ ਕਿ ਇੱਕ ਇੱਕ ਬੰਦੇ ਦਾ ਉਹ ਕਰੈਕਟਰ ਬਿਲਡਅਪ ਕਰ ਸਕਣ। ਸੋ ਇਹ ਸਾਰਾ ਕੁਝ ਜਿਹੜਾ ਨਾ, ਇਸ ਚੀਜ਼ ਦਾ ਹੀ ਨਤੀਜਾ ਹੈ ਕਿ ਕਿਤੇ ਨਾ ਕਿਤੇ ਸਾਡੇ ਹੋਮਵਰਕ ਦਾ ਪ੍ਰੋਸੈਸ ਹੈ ਉਹ ਗਲਤ ਹੋਇਆ, ਜਾਂ ਸਾਡੇ ਕੋਲ ਕਿਤੇ ਚੂਕ ਰਹਿ ਗਈ ਹੈ। ਇਹ ਬਿਲਕੁਲ ਠੀਕ ਗੱਲ ਜੀ, ਚਿੰਤਾ ਦਾ ਵਿਸ਼ਾ ਹੈ ਹੀ, ਅਤੇ ਨਮੋਸ਼ੀ ਦਾ ਵੀ ਬਣ ਰਹੀ ਗੱਲ ਕਿ ਪੰਜਾਬੀ ਭਾਈਚਾਰੇ ਦੇ ਉੱਤੇ ਇੱਕ ਬਹੁਤ ਵੱਡਾ ਕਲੰਕ ਲੱਗਾ। ਪਿਛਲੇ ਸਮੇਂ ਦੇ ਵਿੱਚ ਜਿੰਨੇ ਵੀ ਚੋਰੀਆਂ ਡਾਕਿਆਂ ਦੀਆਂ ਖਬਰਾਂ ਆਉਂਦੀਆਂ ਰਹੀਆਂ, ਜਾਂ ਡਰੱਗ ਸਮਗਲਿੰਗ ਦੀ ਗੱਲ ਆਉਂਦੀ ਰਹੀ, ਉਹਨਾਂ 'ਚ ਪੰਜਾਬੀਆਂ ਦਾ ਝੰਡਾ ਰਿਹਾ। ਅਤੇ ਅਸੀਂ ਭਾਵੇਂ ਉਹਨਾਂ ਨੂੰ ਜ਼ਿਕਰ ਕਰਦੇ ਰਹੇ ਉਹਨਾਂ ਦਾ ਇਹਨਾਂ ਪ੍ਰੋਗਰਾਮਾਂ ਦੇ ਵਿੱਚ,
ਪਰ ਇਸ ਕਰਕੇ ਨਹੀਂ ਕਰਦੇ ਰਹੇ ਕਿ ਸਾਡੇ ਲਈ ਕੋਈ ਮਾਣ ਵਾਲੀ ਗੱਲ ਹੈ, ਸਗੋਂ ਸ਼ਰਮ ਵਾਲੀ ਗੱਲ ਅਸੀਂ ਮਹਿਸੂਸ ਕਰਦੇ ਨੇ। ਸਾਡੇ ਭਾਈਚਾਰੇ ਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਇਹਨਾਂ ਕੰਮਾਂ ਦੇ ਵਿੱਚ ਮੋਹਰੀ ਕਿਉਂ ਆ, ਸਾਡਾ ਨਾਂ ਹਮੇਸ਼ਾ ਅੱਗੇ ਕਿਉਂ ਆਉਂਦਾ। ਇਹ ਇੱਕ ਚੰਗੀ ਖਬਰ ਵੀ ਮੈਂ ਜਿਹੜੀ ਸੰਸਾਰ ਪੱਧਰ ਦੀ ਇੱਕ ਖਬਰ ਹੋਰ ਹੈ ਜੀ, ਝੰਗ ਯੂਨੀਵਰਸਿਟੀ ਹੈ ਜੀ ਪਾਕਿਸਤਾਨ ਦੇ ਵਿੱਚ। ਝੰਗ ਯੂਨੀਵਰਸਿਟੀ ਦੀ ਇੱਕ ਵਾਈਸ ਚਾਂਸਲਰ ਨਿਯੁਕਤ ਹੋਈ ਹੈ ਲੜਕੀ, ਉਹਦਾ ਨਾਂ ਹੈਗਾ ਜੀ, ਪੰਜਾਬੀ ਕੁੜੀ ਹੈ, ਨਬੀਲਾ ਰਹਿਮਾਨ। ਡਾਕਟਰ ਨਬੀਲਾ ਰਹਿਮਾਨ ਨੂੰ ਮਾਣ ਹਾਸਲ ਹੈ ਕਿ ਉਹ ਪੰਜਾਬੀ ਦੀ ਟੀਚਰ ਤੇ ਪੰਜਾਬ ਝੰਗ ਯੂਨੀਵਰਸਿਟੀ ਦੇ ਵਿੱਚ ਉਹ ਪਹਿਲੀ ਵਾਈਸ ਚਾਂਸਲਰ ਬਣੀ ਹੈ। ਉਹਦਾ ਪਿਛੋਕੜ ਇਹ ਕਹਿੰਦਾ ਕਿ ਉਹ ਲੁਧਿਆਣੇ ਦੇ ਕਿਸੇ ਪਿੰਡ ਦੀ ਜੰਪਲ ਸੀ, ਤੇ ਫਿਰ ਜਦੋਂ 1947 ਵਿੱਚ ਪਾਕਿਸਤਾਨ ਇੱਕ ਵੱਖਰਾ ਦੇਸ਼ ਬਣਾ ਦਿੱਤਾ ਗਿਆ ਤੇ ਉਹਨਾਂ ਦੇ ਵਡੇਰੇ ਉਹ ਪਾਕਿਸਤਾਨ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੋਊਗੀ, ਇਹ ਸ਼ੋਰ ਹੀ ਹੈ, ਤੇ ਤਾਂ ਹੀ ਉਹ ਵਾਈਸ ਚਾਂਸਲਰ ਦੇ ਅਹੁਦੇ ਤੱਕ ਪਹੁੰਚ ਗਈ। ਇਹ ਮਾਣ ਵਾਲੀ ਗੱਲ ਹੈ। ਇਹਦੇ ਨਾਲ ਮੈਂ ਇੱਕ ਦੱਸਣਾ ਚਾਹੁੰਦਾ ਜੀ ਕਿ ਪੰਜਾਬ ਵਿੱਚ 2 ਯੂਨੀਵਰਸਿਟੀਆਂ ਵੱਡੀਆਂ, ਹੁਣ ਜੋ 3 ਕਹਿ ਸਕਦੇ, ਪੰਜਾਬ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ। ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਕਿਸੇ ਪੰਜਾਬੀ ਦੇ ਪ੍ਰੋਫੈਸਰ ਨੂੰ ਵਾਈਸ ਚਾਂਸਲਰ ਦੇ ਅਹੁਦੇ ਤੇ ਪਹੁੰਚਣ ਦਾ ਮੌਕਾ ਨਹੀਂ ਮਿਲਿਆ। ਸਿਰਫ ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਹੋਏ ਜੀ SP ਸਿੰਘ, ਉਹਨਾਂ ਨੂੰ ਇਸ ਵਾਈਸ ਚਾਂਸਲਰ ਦੇ ਅਹੁਦੇ ਤੇ ਉਹ ਇਸ ਮੁਕਾਮ ਤੱਕ ਪਹੁੰਚਣ ਦਾ ਜਿਹੜਾ ਸੀ ਮਾਣ ਹਾਸਲ ਹੋਇਆ। ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਹੀ ਬਣਾਈ ਗਈ ਸੀ, ਜਿਹਦਾ ਮਕਸਦ ਪੰਜਾਬੀ ਭਾਸ਼ਾ ਨੂੰ ਵਡਿਆਉਣਾ, ਉਹਦੀ ਤਰੱਕੀ ਕਰਨੀ, ਉਹਦੇ ਲਈ ਬਣਾਈ ਗਈ ਸੀ, ਉਹਦਾ ਕੋਈ ਵੀ ਵਾਈਸ ਚਾਂਸਲਰ ਪੰਜਾਬੀ ਦਾ ਅਧਿਆਪਕ ਨਹੀਂ ਹੋਇਆ। ਹਾਂ, ਇੱਕ ਪੰਜਾਬੀ ਜ਼ਰੂਰ ਹੋਏ ਆ, ਡਾਕਟਰ ਜੋਗਿੰਦਰ ਪਵਾਰ। ਮੈਂ ਨਿੱਜੀ ਤੌਰ ਤੇ ਉਹਨਾਂ ਨੂੰ ਮਿਲਿਆ ਜੀ, ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਲਿੰਗੁਇਸਟ ਡਿਪਾਰਟਮੈਂਟ ਹੁੰਦੇ ਸੀਗੇ। ਉਹ ਐਕਚੁਅਲੀ ਲਿੰਗੁਇਸਟਿਕ ਡਿਪਾਰਟਮੈਂਟ ਨਾਲ ਸੰਬੰਧਿਤ ਉਹਨਾਂ ਦੇ ਪ੍ਰੋਫੈਸਰ ਹੈਗੇ ਸੀ, ਪਰ ਪੰਜਾਬੀ ਭਾਸ਼ਾ ਨਾਲ ਉਹਨਾਂ ਦਾ ਸਿੱਧਾ ਕੋਈ ਸੰਬੰਧ ਨਹੀਂ ਸੀ। ਉਹ ਟੀਚਰ ਪੰਜਾਬੀ ਦੇ ਨਹੀਂ ਸੀ। ਪਰ ਇਹ ਝੰਗ ਯੂਨੀਵਰਸਿਟੀ ਦੀ ਜਿਹੜੀ ਵਾਈਸ ਚਾਂਸਲਰ ਬਣੀ ਹੈ ਨਬੀਲਾ ਰਹਿਮਾਨ, ਇਹਨੇ ਪੰਜਾਬੀਆਂ ਦਾ ਮਾਣ ਉੱਚਾ ਕੀਤਾ, ਪੰਜਾਬੀਆਂ ਦਾ ਨਾਂ ਜਿਹੜਾ ਉਹ ਸਿਰ ਉੱਚਾ ਕੀਤਾ ਕਿ ਉਹ ਇੱਕ ਪੰਜਾਬੀ ਟੀਚਰ ਹੁੰਦਿਆਂ ਹੋਇਆਂ ਇੱਕ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਬਣੀ ਹੈ। ਕੀ ਕਹੋਗੇ ਜਵੰਦਾ ਜੀ? ਦੇਖੋ ਜੀ, VC ਦਾ ਅਹੁਦਾ ਜਿਹੜਾ ਬੜਾ ਵੱਡਾ ਹੁੰਦਾ ਹੈ, ਔਰ VC ਦਾ ਅਹੁਦਾ ਇੱਕ ਰਿਪਿਊਟਡ ਯੂਨੀਵਰਸਿਟੀ ਦਾ ਜਿਹੜਾ ਹੈ ਉਹ ਰਾਜਪਾਲ ਤੋਂ ਮੇਰੇ ਖਿਆਲ ਥੱਲੇ ਜਿਹੜਾ ਅਗਰ ਸੈਕੰਡ ਮੋਸਟ ਇੰਪੋਰਟੈਂਟ ਜਿਹੜਾ ਅਹੁਦਾ ਹੈ ਇੱਕ ਸਟੇਟ ਦੇ ਵਿੱਚ, ਉਹ ਉਸ ਦਾ ਅਕੈਡਮਿਕ ਵਿੱਚ ਸਭ ਤੋਂ ਵੱਡਾ ਨਾ, ਐਕੈਡੈਮਿਕ 'ਚ ਸਭ ਤੋਂ ਵੱਡਾ ਹੁੰਦਾ। ਵੈਸੇ ਪਾਵਰਾਂ ਕਾਫੀ ਹੁੰਦੀਆਂ ਨੇ, ਵੈਸੇ ਬੜਾ ਮਾਣ ਸਤਿਕਾਰ ਮਿਲਦਾ ਇਸ ਅਹੁਦੇ ਨੂੰ, ਅਤੇ ਉਸ ਅਹੁਦੇ 'ਤੇ ਅਗਰ ਕੋਈ ਪੰਜਾਬੀ ਧੀ ਗਈ ਹੈ, ਚਾਹੇ ਉਹ ਲਹਿੰਦੇ ਪੰਜਾਬ ਦੀ, ਚਾਹੇ ਉਹ ਚੜ੍ਹਦੇ ਪੰਜਾਬ ਦੀ ਹੈ, ਅਤੇ ਬੜੇ ਮਾਣ ਵਾਲੀ ਗੱਲ ਹੈ। ਔਰ ਤੁਸੀਂ ਹੁਣ ਕੰਪੈਰੀਜ਼ਨ ਕਰਕੇ ਦੱਸਿਆ ਕਿ ਪੰਜਾਬ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਨੇ ਜਿਹਨਾਂ ਦਾ ਨਾਂ ਹੀ ਪੰਜਾਬੀ ਤੋਂ ਸ਼ੁਰੂ ਹੁੰਦਾ, ਉੱਥੇ ਵੀ ਕੋਈ ਪੰਜਾਬੀ ਡਿਪਾਰਟਮੈਂਟ ਦਾ VC ਨਹੀਂ ਬਣ ਸਕਿਆ ਹਾਲ ਤੱਕ। ਮੈਂ ਤੁਹਾਨੂੰ ਦੱਸਦਾ ਕਿ 25-30 ਸਾਲ ਪਹਿਲਾਂ ਦੀ ਗੱਲ ਹੈ ਕਿ ਪੰਜਾਬੀ ਹੁਣ ਵੀ ਚਲੋ ਹੈ, ਥੋੜ੍ਹਾ ਜਿਹਾ ਧੱਕਾ ਹੁੰਦਾ, ਔਰ ਉਸ ਸਟੇਟ 'ਚ ਧੱਕਾ ਹੁੰਦਾ ਜਿਸ ਸਟੇਟ ਦੀ ਇਹ ਮਾਂ ਬੋਲੀ ਹੁੰਦੀ ਹੈ। ਉਸ ਟਾਈਮ 'ਤੇ ਵੀ ਜਦੋਂ ਵੀ ਕਿਤੇ ਪ੍ਰੋਫੈਸਰਸ ਦੀ ਗੈਟ ਟੂਗੈਦਰ ਹੁੰਦੀ ਸੀ ਨਾ, ਅਤੇ ਪੰਜਾਬੀ ਦਾ ਜਿਹੜਾ ਪ੍ਰੋਫੈਸਰ ਸੀ ਨਾ, ਉਹਨੂੰ ਹਮੇਸ਼ਾ ਥੋੜ੍ਹਾ ਜਿਹਾ ਪਿੱਛੇ ਰਹਿਣਾ ਪੈਂਦਾ ਸੀ। ਕੈਮਿਸਟਰੀ ਹੈ, ਬਾਇਓ ਹੈ, ਫਿਜ਼ਿਕਸ ਹੈ, ਇੰਗਲਿਸ਼ ਹੈ, ਜਾਂ ਕਾਮਰਸ ਹੈ, ਜਾਂ ਕੋਈ ਹੋਰ ਮੈਨੇਜਮੈਂਟ ਦਾ ਪ੍ਰੋਫੈਸਰ ਹੈ, ਵਧੀਆ ਸਬਜੈਕਟ ਕਿਹਾ ਜਾਂਦਾ, ਵਧੀਆ, ਹਾਂਜੀ, ਉਹ ਆਪ ਵੀ ਕਈ ਵਾਰੀ ਕੰਪਲੈਕਸ ਫੀਲ ਕਰਦੇ ਹੁੰਦੇ ਸੀ। ਅਤੇ ਅਸੀਂ ਸੋਚਣਾ ਕਿ ਇਸ ਤਰ੍ਹਾਂ ਕਿਉਂ ਹੈ, ਲੇਕਿਨ ਉਦੋਂ ਬੌਧਿਕਤਾ ਇੰਨੀ ਵਿਕਸਿਤ ਨਹੀਂ ਸੀ, ਨਹੀਂ ਪਤਾ ਲੱਗਾ। ਹੁਣ ਸਾਨੂੰ ਪਤਾ ਲੱਗਦਾ ਕਿ ਇਹਦਾ ਬੜਾ ਵਾਈਡ ਸਪਰੈਡ ਇੱਕ ਨੈਟਵਰਕ ਹੈਗਾ ਜਿਹਦੇ 'ਚ ਡਿਲੀਬਰੇਟਲੀ ਜਿਹੜਾ ਜਾਣਬੁੱਝ ਕੇ ਪੰਜਾਬੀ ਨੂੰ ਥੋੜ੍ਹਾ ਜਿਹਾ ਉਹਦੇ ਪੈਰ ਖਿੱਚੇ ਜਾਂਦੇ ਆ। ਚਲੋ ਵੱਖਰਾ ਇਹ ਵਿਸ਼ਾ ਹੈਗਾ ਜੀ, ਬਹਿਸ ਦਾ ਵਿਸ਼ਾ ਹੈ, ਪਰ ਇਹ ਬਹੁਤ ਵੱਡੀ ਗੱਲ ਤੁਸੀਂ ਕਹੀ ਹੈ ਕਿ ਪੰਜਾਬ ਦੀ ਧੀ ਇੱਕ ਬਣੀ ਹੈ ਝੰਗ ਯੂਨੀਵਰਸਿਟੀ, ਜਿਹੜੀ ਕਿ ਬਹੁਤ ਇੰਪੋਰਟੈਂਟ ਹੈ। ਇੱਕ ਪੰਜਾਬੀ ਬੈਲਟ ਹੈ ਪੰਜਾਬ ਦੇ ਵਿੱਚ ਵੀ, ਸਿਆਲਕੋਟ ਹੈ, ਸ਼ੇਖੂਪੁਰਾ ਹੈ, ਨਾਰੋਵਾਲ ਹੈ, ਅਤੇ ਹੋਰ ਕਈ ਉੱਥੇ ਹੋਰ ਸਿਟੀਜ਼ ਹੈਗੇ ਨੇ, ਉਹ ਸਾਰੇ ਪੰਜਾਬ ਵਰਗੇ ਨੇ ਟੋਟਲੀ। ਤੁਸੀਂ ਅਗਰ ਦੇਖੋ ਨਾ ਉਹਨਾਂ ਨੂੰ, ਅਤੇ ਉਸ ਖਿੱਤੇ ਵਾਸਤੇ ਜਿਹੜੀ ਇੱਕ ਕ੍ਰੀਏਟ ਕੀਤੀ ਸੀ ਝੰਗ ਯੂਨੀਵਰਸਿਟੀ, ਸੋ ਉਹਦੇ ਵਾਸਤੇ ਬਣਨਾ ਬੜੀ ਮਾਣ ਵਾਲੀ ਗੱਲ ਹੈ, ਅਤੇ ਸੈਲਿਊਟ ਕਰਦੇ ਹਾਂ ਸਿਸਟਮ ਨੂੰ ਵੀ ਜਿਨ੍ਹਾਂ ਨੇ ਉਹਨਾਂ ਨੂੰ ਅਪਾਇੰਟਮੈਂਟ ਦਿੱਤੀ ਹੈਗੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜਵੰਦਾ ਜੀ। ਤੁਸੀਂ ਗੱਲ ਕੀਤੀ ਕਿ
ਜਿਹੜੀਆਂ ਮਾਤ ਭਾਸ਼ਾਵਾਂ ਹੁੰਦੀਆਂ ਉਹ ਪੰਜਾਬੀ ਹੋਈ, ਈਵਨ ਚਲੋ ਹਿੰਦੀ ਵੀ ਲਾ ਲਓ, ਇਹਨਾਂ ਨੂੰ ਕਈ ਵਾਰੀ ਇਹਨਾਂ ਦੇ ਨਾਲ ਸੰਬੰਧਿਤ ਜਿਹੜੇ ਪ੍ਰੋਫੈਸਰ ਹੈ, ਟੀਚਰ ਹੈ, ਉਹ ਆਪਣੇ ਆਪ ਨੂੰ ਸੈਕੰਡ ਲਾਈਨ 'ਤੇ ਮਹਿਸੂਸ ਕਰਦੇ, ਹੀਣ ਭਾਵਨਾ ਵਾਲੀ ਗੱਲ ਇਸ ਤਰ੍ਹਾਂ ਹੁੰਦੀ ਹੈ ਵੈਸੇ। ਪਰ ਜਿਨ੍ਹਾਂ ਨੇ ਅੱਗੇ ਵਧਣਾ ਜੀ ਉਹਨਾਂ ਨੂੰ ਬੜੇ ਚਾਂਸ ਹੁੰਦੇ ਜੀ। ਮੇਰੇ ਇੱਕ ਮਿੱਤਰ ਨੇ ਡਾਕਟਰ ਚਮਨ ਲਾਲ, ਉਹਨਾਂ ਨੂੰ ਪਹਿਲਾਂ ਡਾਕਟਰ ਚਮਨ ਲਾਲ ਪ੍ਰਭਾਕਰ ਕਹਿੰਦੇ ਸੀ। ਪ੍ਰਭਾਕਰ ਇਨ ਦੀ ਸੈਂਸ ਵੀ ਉਹ ਪ੍ਰਭਾਕਰਨ ਕੀਤੀ ਹੋਊਗੀ, ਪ੍ਰਭਾਕਰ ਹਿੰਦੀ ਦਾ ਇੱਕ ਸਬਜੈਕਟ, ਜਿਵੇਂ ਪੰਜਾਬੀ 'ਚ ਗਿਆਨੀ ਕਹਿੰਦੇ, ਤੇ ਉਹ ਪ੍ਰਭਾਕਰ ਸੀ, ਰਾਮਪੁਰਾ ਫੂਲ ਦੇ ਹੈਗੇ। ਉਹ ਡਾਕਟਰ ਚਮਨ ਲਾਲ ਪ੍ਰਭਾਕਰ ਕਰਨ ਤੋਂ ਬਾਅਦ ਅੱਗੇ ਪੜ੍ਹੇ, ਫਿਰ ਉਹ ਡਾਕਟਰੇਟ PhD ਤੱਕ ਉਹਨਾਂ ਨੇ ਕਰ ਲਈ, ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਹਿੰਦੀ ਦੇ ਹੈੱਡ ਆਫ ਡਿਪਾਰਟਮੈਂਟ ਬਣ ਗਏ। ਮਤਲਬ ਸਿਰ ਦੀ ਗੱਲ ਹੈ, ਸਿਦਕ ਦੀ ਗੱਲ ਹੈ। ਔਰ ਉਸ ਤੋਂ ਬਾਅਦ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹਿੰਦੀ ਡਿਪਾਰਟਮੈਂਟ ਵਿੱਚ ਬੜੇ ਵੱਡੇ ਅਹੁਦੇ ਤੇ ਰਹੇ ਹੈਗੇ ਆ। ਸੋ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ, ਸਗੋਂ ਇਹ ਹੋਣਾ ਚਾਹੀਦਾ ਕਿ ਮੈਂ ਇੱਕ ਸਬਜੈਕਟ ਦਾ ਟੀਚਰ ਹਾਂ ਤੇ ਮੈਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਅੰਗਰੇਜ਼ੀ, ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ ਇਹਨਾਂ ਦੀਆਂ ਆਪਣੀਆਂ ਜਿਹੜੇ ਸਥਾਨ ਹੈਗੇ ਆ, ਪਰ ਪੰਜਾਬੀ, ਹਿੰਦੀ, ਉਰਦੂ, ਸੰਸਕ੍ਰਿਤ ਜਾਂ ਹੋਰ ਭਾਸ਼ਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਆਪਣੀ ਬੜੀ ਇੰਪੋਰਟੈਂਸ ਹੈ। ਝੰਗ ਦੀ ਇਸ ਕੁੜੀ ਜਿਹਨੂੰ ਵਾਈਸ ਚਾਂਸਲਰ ਦਾ ਅਹੁਦਾ ਮਿਲਿਆ, ਉਹਨੂੰ ਅਸੀਂ ਵਾਈਸ ਆਫ ਇੰਡੀਆ ਵੱਲੋਂ ਤੇ ਅੱਜ ਦੇ ਇਸ ਪ੍ਰੋਗਰਾਮ ਵੱਲੋਂ, ਮੇਰੇ ਵੱਲੋਂ ਵੀ, ਜਵੰਦਾ ਜੀ ਵੱਲੋਂ ਬਹੁਤ ਬਹੁਤ ਮੁਬਾਰਕਾਂ। ਗੱਲ ਇੱਕ ਹੋਰ ਕਰ ਲਈਏ ਜੀ, ਉਂਝ ਵੈਸੇ ਮਾਣ ਵਾਲੀ ਗੱਲ ਹੁੰਦੀ ਹੈ। ਅੱਜ ਹੀ ਇਲੈਕਸ਼ਨ ਹੋਈ ਜੀ ਭਾਰਤ ਵਿੱਚ ਉਪ ਰਾਸ਼ਟਰਪਤੀ ਦੀ। ਇੱਕ ਬਜ਼ੁਰਗ ਸਿਆਸਤਦਾਨ ਜਗਦੀਪ ਧਨਖੜ, ਜਿਹੜੇ ਬੰਗਾਲ ਦੇ, ਪੱਛਮੀ ਬੰਗਾਲ ਦੇ ਕੰਟਰੋਵਰਸ਼ਲ ਗਵਰਨਰ ਰਹੇ, ਉਹਨਾਂ ਨੂੰ ਉਪ ਰਾਸ਼ਟਰਪਤੀ ਚੁਣ ਲਿਆ ਗਿਆ। ਉਹਨਾਂ ਦੇ ਮੁਕਾਬਲੇ ਵਿੱਚ ਜਿਹੜੇ ਸੀ ਅਲਵਾ ਮਾਰਗੇਟ, ਉਹ ਬਹੁਤ ਵੱਡੇ ਫਰਕ ਦੇ ਨਾਲ ਇਲੈਕਸ਼ਨ ਹਾਰ ਗਏ। ਹਾਰ ਹੀ ਜਾਣਾ ਸੀ, ਇਹ ਪਹਿਲਾਂ ਹੀ ਕੈਲਕੂਲੇਸ਼ਨ ਦਾ ਪਤਾ ਸੀ। ਉੱਪਰ ਬਜ਼ੁਰਗ ਸਿਆਸਤਦਾਨ ਨੇ, ਉਹਨਾਂ ਨੂੰ ਕਿਉਂ ਉਪ ਰਾਸ਼ਟਰਪਤੀ ਬਣਾਇਆ, ਇਹ ਤਾਂ ਪ੍ਰਧਾਨ ਮੰਤਰੀ ਜਾਂ ਉਹਨਾਂ ਦੀ ਪਾਰਟੀ ਦੱਸ ਸਕੂਗੀ। ਪੱਛਮੀ ਬੰਗਾਲ ਵਿੱਚ ਉਹ ਕਿਵੇਂ ਕੰਟਰੋਵਰਸੀ ਵਿੱਚ ਰਹੇ ਹੈਗੇ, ਤੇ ਹੁਣ ਉਹ ਰਾਜ ਸਭਾ ਵਿੱਚ ਜਾ ਕੇ ਕੀ ਕਰਨਗੇ, ਜੋ ਉਪ ਰਾਸ਼ਟਰਪਤੀ ਦੇ ਉਹਦੇ ਤੇ ਕੀ ਕਰਨਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਇਸ ਤੋਂ ਪਹਿਲਾਂ ਰਾਸ਼ਟਰਪਤੀ ਦੀ ਚੋਣ ਹੋਈ ਜੀ। ਇੱਕ ਆਦੀਵਾਸੀ ਔਰਤ ਪਹਿਲੀ ਵਾਰੀ ਇਸ ਵੱਡੇ ਅਹੁਦੇ ਤੇ ਪਹੁੰਚੇ, ਜਿਹੜੇ ਬੇਸਿਕਲੀ ਟੀਚਰ ਹੁੰਦੇ ਸੀ। ਉਹਨਾਂ ਦਾ ਨਾਮ ਦ੍ਰੋਪਦੀ ਮੁਰਮੂ। ਹੁਣ ਤੱਕ ਦੇ ਇਤਿਹਾਸ ਵਿੱਚ ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ ਬਣੇ ਜੀ। ਦਲਿਤ ਹੈ, ਔਰਤ ਹੈ। ਉਂਝ ਵੈਸੇ ਇੱਕ ਔਰਤ ਨੂੰ ਪਹਿਲਾਂ ਵੀ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਹੋਇਆ ਸੀ। ਇਹਨੂੰ ਕਿਵੇਂ ਲੈਂਦੇ ਹੋ ਜੀ? ਦੇਖੋ ਜੀ, ਦਲਿਤ ਭਾਈਚਾਰੇ ਤੋਂ ਅਗਰ ਜੇ ਕੋਈ ਪ੍ਰੈਜ਼ੀਡੈਂਟ ਬਣਦਾ ਹੈ, ਰਾਸ਼ਟਰਪਤੀ ਬਣਦਾ ਹੈ, ਤੇ ਬੜੀ ਮਾਣ ਵਾਲੀ ਗੱਲ ਹੈ, ਪ੍ਰੋਵਾਈਡਡ ਉਹਦੇ 'ਚ ਕੋਈ ਪੋਲੀਟੀਕਲ ਮੋਟਿਵ ਨਾ ਹੋਏ। ਠੀਕ ਹੈ ਜੀ। ਔਰ ਉਹਨੂੰ ਬਣਾਉਣ ਵਾਲੇ ਦਾ ਤਾਂ ਹੋਊਗਾ ਜੀ ਮੋਟਿਵ, ਇੱਦਾਂ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਨੇ ਕਿਸੇ ਮਜਬੂਰੀ ਵਸਤਾ ਨੂੰ ਬਣਾਇਆ ਨਹੀਂ, ਜਾਂ ਜਿਹੜਾ ਵੀ ਕੋਈ ਐਡੀ ਇੰਪੋਰਟੈਂਟ ਜਿਹੜੀ ਸਟੇਟਸ ਹੈ, ਕੋਈ ਪੋਜੀਸ਼ਨ ਹੈ, ਉਹਦੇ 'ਤੇ ਅਗਰ ਮੈਰਿਟ ਦੇ ਆਧਾਰ 'ਤੇ ਕੋਈ ਸਿਲੈਕਸ਼ਨ ਹੁੰਦੀ ਹੈ ਤਾਂ ਉਹਦਾ ਅਸੀਂ ਜ਼ਰੂਰ ਵੈਲਕਮ ਕਰਦੇ ਹਾਂ। ਨਾ ਕਿ ਕਿਸੇ ਵੋਟਾਂ ਦੇ ਪੁਆਇੰਟ ਆਫ ਵਿਊ ਤੋਂ, ਇਲੈਕਸ਼ਨ ਪੁਆਇੰਟ ਆਫ ਵਿਊ ਤੋਂ, ਇਲੈਕਟੋਰਲ ਪੁਆਇੰਟ ਆਫ ਵਿਊ ਤੋਂ ਕੋਈ ਅਪਾਇੰਟਮੈਂਟ ਕੀਤੀ ਜਾਂਦੀ, ਜਾਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਵਰਗ ਨੂੰ ਖੁਸ਼ ਕਰਨ ਵਾਸਤੇ ਅਪਾਇੰਟਮੈਂਟ ਕੀਤੀ ਜਾਂਦੀ ਹੈ, ਤੇ ਉਹ ਅਨਫੋਰਚੂਨੇਟ ਹੈ। ਉਹ ਮੈਂ ਤੁਹਾਨੂੰ ਕਲੀਅਰ ਕੱਟ ਦੱਸਦਾ। ਪਰ ਚਲੋ, ਜਿਹੜੀ ਬਣੇ ਨੇ ਆਪਣੇ ਪ੍ਰੈਜ਼ੀਡੈਂਟ ਬਣੇ ਆ, ਬੈਕਗਰਾਊਂਡ ਕਾਫੀ ਸਟਰਗਲ ਵਾਲੀ ਹੈ ਉਹਨਾਂ ਦੀ। ਔਰ ਸਭ ਤੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਯੰਗੈਸਟ ਏਜ 'ਤੇ ਜਿਹੜੇ ਪ੍ਰੈਜ਼ੀਡੈਂਟ ਹੈ ਬਣੇ ਨੇ ਪੰਜਾਬ, ਆਪਣੇ ਇੰਡੀਆ ਦੇ। ਅਤੇ ਇਹ ਹੈ ਕਿ ਇੱਕ ਰਾਸ਼ਟਰਪਤੀ ਦਾ ਅਹੁਦਾ ਇੱਕ ਐਸਾ ਹੁੰਦਾ ਕਿ ਜਿਹਨੇ ਕੰਟੀਨਿਊ ਰਿਪਰੈਜ਼ੈਂਟ ਕਰਨਾ ਹੁੰਦਾ ਬਾਹਰ ਜਾ ਕੇ। ਠੀਕ ਹੈ ਜੀ। ਔਰ ਇਸ ਜਿਹੜਾ ਪ੍ਰੈਜ਼ੀਡੈਂਟ ਦਾ ਇੱਕ ਅਹੁਦਾ ਸੀ, ਇਸ ਦੀ ਇੱਕ ਰੈਪੂਟੇਸ਼ਨ ਇਸ ਤਰ੍ਹਾਂ ਦੀ ਅਸੀਂ ਗਿਣਦੇ ਆਏ ਹਾਂ ਸ਼ੁਰੂ ਤੋਂ ਹੀ, ਛੋਟੇ ਹੁੰਦੇ ਕਿ ਰਬੜ ਦੀ ਸਟੈਂਪ ਗਿਣੀ ਜਾਂਦੀ ਹੈ। ਠੀਕ ਹੈ ਜੀ। ਕਿ ਇਹ ਕਿਸੇ ਵੀ ਚੀਜ਼ ਨੂੰ ਇਹਨਾਂ ਨੇ ਸਿੰਪਲ ਸਟੈਂਪ ਕਰਨਾ ਹੁੰਦਾ। ਜਿਹੜੀ ਪਾਰਲੀਮੈਂਟ 'ਚੋਂ ਕੋਈ ਬਿੱਲ ਪਾਸ ਹੋਇਆ ਉਹਨੂੰ ਸਟੈਂਪ ਕਰਨਾ। ਅਗਰ ਐਟ ਦਾ ਮੋਸਟ ਅਗਰ ਕੋਈ ਆਪਣੀ ਪਾਵਰ ਯੂਜ਼ ਕਰਨੀ ਚਾਹਣ ਤਾਂ ਇਹਨੂੰ ਰਿਵਿਊ ਵਾਸਤੇ ਵਾਪਸ ਭੇਜ ਸਕਦੇ ਆ। ਇੱਕ ਵਾਰੀ ਅਲਟੀਮੇਟਲੀ ਉਹਨੂੰ ਪਾਸ ਕਰਨਾ ਪੈਣਾ। ਹਾਂ, ਅਗਲੀ ਵਾਰੀ ਫਿਰ ਜੇ ਹੁੰਦਾ ਹੈ ਤੇ ਉਹ ਉੱਤੇ ਉਹਨਾਂ ਨੂੰ ਸਟੈਂਪ ਲਾਉਣਾ ਪੈਂਦਾ ਹੈ। ਚਲੋ, ਇਹ ਡਿਫਰੈਂਟ ਇਸ਼ੂ ਹੈਗਾ, ਪਰ ਇਹ ਹੈ ਕਿ ਬੜੀ ਵਧੀਆ ਗੱਲ ਹੈ ਜੀ ਕਿ ਬਣੇ ਆ, ਔਰ ਘੱਟ ਉਮਰ ਦੇ ਬਣੇ ਆ। ਹੁਣ 6 ਸਾਲ ਵਾਸਤੇ ਸਿਲੈਕਸ਼ਨ ਹੁੰਦੀ ਹੈ, 5 ਸਾਲ ਵਾਸਤੇ ਹੁੰਦੀ ਹੈ। ਆਦੀਵਾਸੀਆਂ ਵਿੱਚੋਂ ਬਣਨਾ, ਆਦੀਵਾਸੀਆਂ ਵਿੱਚੋਂ ਇਸ ਪੱਧਰ ਤੱਕ ਆਉਣਾ ਜਿਹੜਾ ਉਹ ਆਪਣੇ ਆਪ ਵਿੱਚ ਇੰਪੋਰਟੈਂਟ ਆ। ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਉਮਰ ਉਹਨਾਂ ਦੀ ਘੱਟ ਹੈ।
1958 ਦੇ ਵਿੱਚ ਉਹਨਾਂ ਦਾ ਬਰਥ ਹੋਇਆ 1958 ਚ ਜਨਮ ਹੋਇਆ ਮੇਰੇ ਨਾਲ ਛੋਟੇ ਤੇ ਪਰ ਪਰੰਪਰਾ ਰਹੀ ਹੈ ਕਿ ਭਾਰਤ ਵਿੱਚ ਰਾਸ਼ਟਰਪਤੀ ਉਹਨੂੰ ਬਣਾਇਆ ਜਾਂਦਾ ਜਿਹੜਾ ਉਮਰ ਦੇ ਸਭ ਤੋਂ ਅਖੀਰਲੇ ਪੜਾਅ ਤੇ ਹੁੰਦਾ, ਤਾਂ ਕਿ ਉਹ ਉਹਦਾ ਇੱਕ ਅਸਲ 'ਚ ਔਰਨਾਮੈਂਟ ਜਿਹੜਾ ਇੱਕ ਮਤਲਬ ਉਹਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਦਿੱਤਾ ਜਾਂਦਾ ਹੈ ਹੈ ਨਾ। ਕੋਈ ਸਟੇਟ ਦਾ ਅਗਰ ਬੰਦਾ ਆਊਟ ਆਫ ਦ ਪੋਲੀਟਿਕਸ ਚਲਾ ਗਿਆ, ਉਹਨੂੰ ਇੱਕ ਸਟੇਟ ਦਾ, ਕਿਸੇ ਬਾਹਰਲੀ ਸਟੇਟ ਦਾ ਜਾਂ ਇੱਕ ਪਿਕਚਰਸਕ ਸਟੇਟ ਜਿਹੜੀ ਹੈ, ਜਿਹੜੀ ਬੜੀ ਟੂਰਿਸਟ ਪੁਆਇੰਟ ਆਫ ਵਿਊ ਤੋਂ ਵਧੀਆ ਘੁੰਮਣ ਫਿਰਨ, ਉਹਦਾ ਗਵਰਨਰ ਲਾਤਾ ਜਾਂਦਾ। ਤੇ ਉਹ ਇਹ ਸਿੰਬੋਲਿਕ ਅਹੁਦੇ ਹੈਗੇ ਨੇ, ਠੀਕ ਹੈ ਜੀ। ਬਟ ਇਹ ਹੈ ਕਿ ਵਧੀਆ ਗੱਲ ਹੈ ਜੀ। ਅਗਰ ਇੱਕ ਹੋਰ ਗੱਲ ਹੈ ਜੀ, ਉਹਨੂੰ ਤੁਸੀਂ ਦੱਸਿਓ ਵਧੀਆ ਕਿ ਨਹੀਂ ਵਧੀਆ। ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਸੀ, ਬਹੁਤ ਸਾਰੇ ਗੀਤਕਾਰ, ਬਹੁਤ ਸਾਰੇ ਕਲਾਕਾਰ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ। ਭਗਵੰਤ ਮਾਨ ਜਿਹੜੇ ਆ ਉਹ ਖੁਦ ਕਲਾਕਾਰ, ਗੁਰਪ੍ਰੀਤ ਘੁੱਗੀ ਕਲਾਕਾਰ, ਉਹ ਭਾਵੇਂ ਚਲੋ ਬਾਅਦ ਵਿੱਚ ਪ੍ਰਧਾਨਗੀ ਉਹਦਾ ਲਿਆ, ਫਿਰ ਉਹ ਇਲੈਕਸ਼ਨ ਹਾਰ ਗਏ, ਉਹਨਾਂ ਨੇ ਛੱਡ ਦਿੱਤੀ ਪਾਰਟੀ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਇਸ ਪਾਰਟੀ ਦੇ ਝੰਡੇ ਹੇਠ ਆਪਣੀ ਸਿਆਸਤ ਨੂੰ ਅਜਮਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ। ਪਿਛਲੀ ਇਲੈਕਸ਼ਨ ਤੋਂ ਪਹਿਲਾਂ ਜੀ ਅਨਮੋਲ ਗਗਨ ਮਾਨ, ਇੱਕ ਉੱਘੀ ਸਿੰਗਰ ਜਿਹਨੇ ਇਸ ਸੰਗੀਤ ਦੇ ਖੇਤਰ ਵਿੱਚ ਆਪਦਾ ਨਾਂ ਬਣਾ ਲਿਆ ਸੀ, ਪੈਰ ਜਮਾ ਲਏ ਸੀ, ਉਹਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ। ਸ਼ਾਇਦ ਇਸੇ ਕਰਕੇ ਕਿ ਉਹ ਇੱਕ ਕਲਾਕਾਰਾਂ ਦੇ ਖੇਤਰ ਦੇ ਵਿੱਚੋਂ ਰਿਪਰੈਜ਼ੈਂਟੇਸ਼ਨ ਉਹਦੀ ਹੈਗੀ ਹੈ, ਅਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਦਾ ਅਹੁਦਾ ਵੀ ਦੇ ਦਿੱਤਾ ਗਿਆ। ਅਹੁਦਾ ਵੀ ਕਿਹੜੇ ਮਹਿਕਮੇ ਨੇ ਦਿੱਤਾ ਜੀ? ਤੇ ਉਹ ਸੈਰ ਸਪਾਟੇ ਵਾਲਾ, ਮੌਜ ਮਸਤੀ ਵਾਲਾ ਮਹਿਕਮਾ। ਉਹਨਾਂ ਬਾਰੇ ਬੜੀ ਚਰਚਾ ਹੈਗੀ ਜੀ ਕਿ ਉਹਨਾਂ ਨੂੰ ਆਪਦਾ ਘਰ ਕਿਹੋ ਜਿਹਾ ਹੋਵੇ, ਉਹ ਫਰਨਿਸ਼ਿੰਗ ਕਿਹੋ ਜਿਹੀ ਹੋਵੇ। ਇਹਦੇ ਵਾਸਤੇ ਨੇ ਇੱਕ 32 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਜੀ। ਮੈਨੂੰ ਇੱਦਾਂ ਦੀਆਂ ਸ਼ਰਤਾਂ ਲਾਤੀਆਂ। ਹਾਂ, ਉਹ ਕੀ ਹੈ ਜੀ ਸਾਰਾ ਕੁਛ? ਉਹ ਦੇਖੋ, ਪਹਿਲੀ ਗੱਲ ਤੇ ਮੈਂ ਥੋੜ੍ਹਾ ਜਿਹਾ ਡਾਊਟਫੁਲ ਹਾਂ ਕਿ ਉਹ ਚਿੱਠੀ ਹੈ ਅਸਲੀ ਹੈ ਕਿ ਨਕਲੀ ਹੈ। ਇਹਦੇ ਬਾਰੇ ਹਾਲੇ ਤੱਕ ਕੋਈ ਕਲੈਰੀਫਿਕੇਸ਼ਨ ਜਾਂ ਚਰਚਾ ਬਹੁਤ ਹੈਗੀ, ਸਪਸ਼ਟੀਕਰਨ ਆਇਆ ਨਹੀਂ ਉਹਦੇ ਬਾਰੇ। ਪਰ ਜਿਹੜੇ ਉਹਦੇ ਕੰਟੈਂਟਸ ਹੈ, ਥੱਲੇ ਦੇ ਸਿਗਨੇਚਰ ਹੋਏ ਨੇ, ਉਹ ਤੋਂ ਲੱਗਦਾ ਕਿ ਉਹ ਜੈਨੂਨ ਹੈ। ਬਟ ਸੈਕਿੰਡ ਚੀਜ਼ ਹੈ ਕਿ ਐਡਾ ਇੰਪੋਰਟੈਂਟ ਡਾਕੂਮੈਂਟ ਜਦੋਂ ਲੀਕ ਆਊਟ ਹੁੰਦਾ ਹੈਗਾ, ਉਹਦੇ 'ਤੇ ਵੀ ਥੋੜ੍ਹੇ ਸਵਾਲ ਖੜ੍ਹੇ ਹੁੰਦੇ ਆ ਕਿ ਇਹ ਗੌਰਮੈਂਟ ਦੇ ਸਰਕਾਰੀ ਦਰਬਾਰੇ ਜਿਹੜਾ ਇੱਕ ਪ੍ਰੋਟੈਕਸ਼ਨ ਵਾਲ ਹੁੰਦੀ, ਉਹ ਤੋਂ ਬਾਹਰ ਕਿਸ ਤਰ੍ਹਾਂ ਆ ਜਾਂਦਾ। ਪਰ ਚਲੋ, ਤੀਜੀ ਗੱਲ ਇਹ ਹੈ ਕਿ ਅਗਰ ਉਹ ਮੰਨ ਵੀ ਲਿਆ ਜਾਏ ਕਿ ਉਹ ਲੈਟਰ ਜਿਹੜੀ ਜੈਨੂਅਨ ਹੈ, ਆਥੈਂਟੀਕੇਟ ਹੈ, ਅਤੇ ਉਹਦੇ ਕੰਟੈਂਟਸ ਜਿਹੜੇ ਨੇ ਉਹ ਬੜੇ ਉਸ ਪਾਲਿਸੀ ਮੈਟਰ ਦੇ ਬਿਲਕੁਲ ਉਲਟ ਨੇ ਜਿਸ ਪਾਲਿਸੀ ਮੈਟਰ ਦੇ ਬੇਸ 'ਤੇ ਉਹ ਪਾਰਟੀ ਐਸਟੈਬਲਿਸ਼ ਹੋਈ ਸੀ, ਪਾਰਟੀ ਆਈ ਹੈ ਪਾਵਰ 'ਚ। ਠੀਕ ਹੈ ਜੀ, ਕਿ ਆਮ ਆਦਮੀ ਦੇ ਵਾਂਗੂ ਦੇ ਪੱਧਰ ਦਾ ਜੀਵਨ ਲੈ ਕੇ ਉਹ ਆਈ ਸੀ। ਬਟ ਉਹ ਤਾਂ ਬੜਾ ਡਿਫਰੈਂਟ ਹੈਗਾ। ਅਗਰ ਕੰਟੈਂਟਸ ਤੁਸੀਂ ਪੜ੍ਹੋ, ਉਹਦੇ 'ਚ ਫਲੋਰਿੰਗ ਬਾਰੇ ਕਿਹਾ, ਵਾਲਸ ਬਾਰੇ ਕਿਹਾ, ਸੀਲਿੰਗ ਫੈਨ ਬਾਰੇ ਕਿਹਾ, ਉੱਤੇ ਈਵਨ ਸਵਿਮਿੰਗ ਪੂਲ ਦੀ ਗੱਲ ਕੀਤੀ। ਬੜੇ ਹਾਸੋਹੀਣੀ ਜਿਹੇ ਪੁਆਇੰਟਸ ਹੈਗੇ ਨੇ। ਬਟ ਉਹ ਹੈ ਕਿ ਅਗਰ ਤੁਸੀਂ ਸਾਰੇ ਪੁਆਇੰਟਸ ਜਾਓ ਨਾ, ਅਤੇ ਤੁਹਾਨੂੰ ਇੱਕ ਪੋਲੀਟੀਸ਼ੀਅਨਸ ਜਿਹੜਾ ਉਹਦੇ ਮਨ ਦੇ ਵਲਵਲੇ ਜਿਹੜੇ ਨੇ ਨਾ, ਜਿਹੜੇ ਉਹਦੇ ਚਾਅ ਮਲਾਰ ਉੱਠਦੇ ਆ, ਜਿਹੜੇ ਸ਼ੁਰੂ 'ਚ ਚਲੋ ਦੱਬੇ ਰਹਿੰਦੇ ਨੇ, ਬਟ ਜਦੋਂ ਤੁਹਾਡੀ ਆਦਤ ਪੈ ਜਾਂਦੀ ਹੈ ਝੰਡੀ ਵਾਲੀ ਅਤੇ ਬੱਤੀ ਵਾਲੀ ਗੱਡੀ ਦੇ ਵਿੱਚ ਫਿਰ ਫੁਰ ਕੇ, ਅਤੇ ਉਹ ਤੁਹਾਨੂੰ ਝਲਕਦੇ ਆ ਉਹਦੇ 'ਚ। ਵੈਸੇ ਹੁੰਦੇ ਹੀ ਇੱਦਾਂ ਦੇ ਹੁੰਦੇ ਆ, ਹੁੰਦਾ ਅਸੀਂ ਦੇਖਦੇ ਆਏ ਹਾਂ ਜੀ। ਮਤਲਬ ਅੱਲੋ ਬੜੀ ਗੱਲ ਤਾਂ ਹੈ ਨਹੀਂ ਇਹ। ਕਈ ਐਸੇ ਵੀ ਨੇ ਜੀ ਪੋਲੀਟੀਸ਼ੀਅਨ, ਉਹਨਾਂ ਦੇ ਚੰਗੇ ਭਲੇ ਰੁਤਬੇ ਸੀ, ਸਰਦੇ ਪੁੱਜਦੇ, ਮਨੀ ਬੈਕਅਪ ਹੈ, ਪ੍ਰੋਪਰਟੀ ਬੈਕਅਪ ਹੈ, ਕਰਤੂਤਾਂ ਮਾੜੀ, ਸਟਿਲ ਉਹ ਆਪਣੇ ਜਿਹੜੀ ਸਰਕਾਰੀ ਕੋਠੀ ਹੈ ਆਊਟ ਆਫ ਦਾ ਪਾਵਰ ਜਾ ਕੇ ਵੀ ਛੱਡਣ ਨੂੰ ਤਿਆਰ ਨਹੀਂ ਸੀ। ਕੀ ਰੀਜ਼ਨ ਸੀ? ਕਿ ਉਹ ਇਹੋ ਹੀ ਹੈ ਕਿ ਬਿਨ ਸੰਤੋਖ ਭੁੱਖਾ ਨਹੀਂ, ਸ਼ਾਨੋ ਸ਼ੌਕਤ ਛੱਡਣ ਨੂੰ ਜੀ ਨਹੀਂ ਕਰਦਾ, ਸ਼ਾਨੋ ਸ਼ੌਕਤ ਛੱਡਣ ਨੂੰ ਜੀ ਨਹੀਂ ਕਰਦਾ। ਕੁਝ ਆਪਣਾ ਫਰਨੀਚਰ ਲੈ ਗਏ ਜੀ, ਕੋਈ ਮੁੜ ਕੇ ਕਹਿੰਦੇ ਜੀ ਪੇਮੈਂਟ ਕੀਤੀ ਉਸ ਚੀਜ਼ ਦੀ। ਸੋ ਇਹ ਇੱਕ ਕਿਸਮ ਦਾ ਸਮ ਅਪ ਕਰਦੇ ਹਾਂ ਕਿ ਜਿਹੜੇ ਪੋਲੀਟੀਸ਼ੀਅਨ ਹੈ ਨਾ, ਪੋਲੀਟੀਕਲ ਸਿਸਟਮ ਹੈ, ਉਹਦੀਆਂ ਐਂਬੀਸ਼ਨਸ ਹੈਗੀਆਂ ਨੇ। ਇਹ ਅਸੀਂ ਨਹੀਂ ਕਹਿ ਸਕਦੇ ਕਿ ਉਹ ਐਂਬੀਸ਼ਨ ਜਿਹੜੀਆਂ ਨੇ ਇੱਥੇ ਵੈਸਟਰਨ ਹੈਮੀਸਫੀਅਰ 'ਚ ਨਹੀਂ ਹੈ। ਇੱਥੇ ਵੀ ਜਿਹੜੇ ਲੋਕੀ, ਜਿਹੜੇ ਪੋਲੀਟੀਸ਼ੀਅਨਸ ਨੇ, ਆਪਣੇ ਨੌਕਰਾਂ ਨੂੰ ਆਪਣੇ ਪ੍ਰਾਈਵੇਟ ਜਿਹੜੇ ਸਰਕਾਰੀ ਦੌਰੇ ਹੈਗੇ ਨਾਲ ਲੈ ਕੇ ਜਾਂਦੇ ਆ। ਕੁਝ ਪੇਮੈਂਟਸ ਹੀ ਹੁੰਦੀਆਂ ਨੇ, ਕੁਝ ਆਪਣੇ ਜਿਹੜੇ ਮੁਕੱਦਮੇ ਉਹਨਾਂ ਦੀ ਪੇਮੈਂਟ ਜਿਹੜੀ ਹੈ, ਪਰਸਨਲ ਮੁਕੱਦਮਿਆਂ ਦੀ ਪੇਮੈਂਟ ਜਿਹੜੀ ਹੈ ਉਹ ਸਰਕਾਰੀ ਖਜ਼ਾਨੇ 'ਚ ਹੁੰਦੀ ਹੈ। ਬਟ ਇਹ ਹੈ ਕਿ ਇੰਡੀਆ 'ਚ ਇੱਕ ਐਸਾ ਸਟੇਟ, ਜਿਸ ਸਟੇਟ 'ਚ ਉਹ ਪਾਰਟੀ ਪਾਵਰ 'ਚ ਆਈ ਜਿਹੜੀ ਇੱਕ ਆਮ ਆਦਮੀ ਦੇ ਪੱਧਰ 'ਤੇ ਰਹਿਣ ਦਾ ਵਾਅਦਾ ਕਰਕੇ ਆਈ ਸੀ, ਉਹ ਜਦੋਂ ਉਸ ਗਵਰਨਮੈਂਟ ਦਾ ਇੱਕ ਪਾਰਟ ਐਂਡ ਪਾਰਸਲ ਇਸ ਤਰ੍ਹਾਂ ਦੀ ਡਿਮਾਂਡ ਕਰੇ, ਮੈਂ ਵੰਸ ਅਗੇਨ ਕਹਿ ਰਿਹਾ ਕਿ ਆਮ ਨਾਟ ਸ਼ੋਰ ਉਹ ਜੈਨੂਨ ਹੈ ਕਿ ਨਹੀਂ ਜੈਨੂਨ ਹੈ ਲੈਟਰ ਜਿਹੜੀ ਹੈ। ਬਟ ਉਹ ਰੀਅਲੀ ਵੈਰੀ ਅਨਫੋਰਚੂਨੇਟ ਹੈ, ਹਾਸੋਹੀਣੀ ਹੈ,
ਔਰ ਐਂਟਾਈ ਪਾਲਿਸੀ ਮੈਟਰ ਜਿਹੜਾ ਉਹਨਾਂ ਦਾ ਉਹਦੇ ਬਿਲਕੁਲ ਉਲਟ ਹੈ। ਔਰ ਅਗਰ ਉਹ ਸੱਚੀ ਹੈ ਤਾਂ ਉਹਦੇ ਬਾਰੇ ਰੀਅਲੀ ਸਿਰ ਜੋੜ ਕੇ ਉਹਨਾਂ ਨੂੰ ਕਰਨ ਦੀ ਲੋੜ ਹੈ ਕਿ ਇਹ ਅਲਟੀਮੇਟਲੀ ਉਹ ਚੀਜ਼, ਉਹ ਟਾਰਗੇਟ ਨਹੀਂ ਹੈ, ਉਹ ਡਾਇਰੈਕਸ਼ਨ ਨਹੀਂ ਹੈ ਜਿਸ ਡਾਇਰੈਕਸ਼ਨ ਨੂੰ ਕਹਿ ਕੇ ਇਹ ਪਾਰਟੀ ਪਾਵਰ 'ਚ ਆਈ ਸੀ। ਬਿਲਕੁਲ ਠੀਕ ਹੈ ਜੀ। ਜੇ ਉਹ ਚਿੱਠੀ ਗਲਤ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀ ਹੈ, ਤੇ ਅਨਮੋਲ ਗਗਨ ਮਾਨ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹ 'ਤੇ ਟਿੱਪਣੀ ਦੇਣੀ ਚਾਹੀਦੀ ਹੈ ਕਿ ਗਲਤ ਹੈ। ਜੇ ਉਹ ਠੀਕ ਹੈ ਤੇ ਬੜੀ ਅਨਫੋਰਚੂਨੇਟ ਹੈ ਇਹ ਗੱਲ ਕਿ ਲੋਕਾਂ ਦੇ ਪੈਸਿਆਂ ਦੇ ਉੱਤੇ ਅਯਾਸ਼ੀ ਕਰਨ ਦਾ ਇਹ ਜਿਹੜਾ ਉਹਨਾਂ ਨੂੰ ਮੌਕਾ ਮਿਲਿਆ, ਉਹਦਾ ਸਿੱਧਾ ਸੰਬੰਧ ਆਮ ਲੋਕਾਂ ਨਾਲ ਆ। ਆਮ ਆਦਮੀ ਪਾਰਟੀ ਨਾਲ ਨਹੀਂ, ਆਮ ਲੋਕਾਂ ਨਾਲ। ਆਮ ਲੋਕ ਟੈਕਸ ਪੇਅਰ ਹੈਗੇ ਆ, ਟੈਕਸ ਪੇਅਰਸ ਦੀ ਕਮਾਈ, ਉਹਨਾਂ ਦੇ ਟੈਕਸ ਪੇਅਰਸ ਦੀ ਕੰਟਰੀਬਿਊਸ਼ਨ ਜਿਹੜੀ ਹੈ ਟਵਰਡਸ ਗੌਰਮੈਂਟ ਫੰਡਸ ਦੇ, ਉਹਨਾਂ ਦੇ ਉੱਤੇ ਇਸ ਤਰੀਕੇ ਦੀ ਅਯਾਸ਼ੀ ਨੂੰ ਆਮ ਲੋਕੀ ਬਰਦਾਸ਼ਤ ਨਹੀਂ ਕਰਦੇ। ਬਹੁਤਾ ਚਿਰ ਨਹੀਂ ਕਰਦੇ, ਉੱਦਾਂ ਕਰਦੇ ਰਹਿੰਦੇ ਆ, ਭਲੇ ਮਾਨਸ ਲੋਕ ਆ ਸਾਡੇ, ਬਹੁਤਾ ਚਿਰ ਨਹੀਂ ਕਰਦੇ। ਫਿਰ ਜਦੋਂ ਕਰਦੇ ਨਹੀਂ ਬਰਦਾਸ਼ਤ, ਤੇ ਇੱਕ ਉੱਪਰੋਂ ਥਲੀ ਕਹਿੰਦੇ ਹੁੰਦੇ ਤਰਥੱਲੀ ਮੱਚਦੀ ਆ। ਤਰਥੱਲੀ ਦਾ ਕਿੱਦਾਂ ਦੀ ਮੱਚਦੀ ਆ, ਉਹ ਦੂਜੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਜਿਨ੍ਹਾਂ ਨੂੰ ਰਵਾਇਤੀ ਪਾਰਟੀਆਂ ਕਹਿੰਦੇ, ਉਹਨਾਂ ਨੂੰ ਤਜਰਬਾ ਹਾਸਲ ਹੋ ਚੁੱਕਾ। ਇੱਕ ਬੜੀ ਅਨਫੋਰਚੂਨੇਟ ਗੱਲ ਦੇ ਉੱਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਜੀ। ਬਹੁਤ ਦੇਰ ਪਹਿਲਾਂ ਮੰਦਰਾ ਇੱਕ ਹੋਈ ਹੈ ਜੀ, ਆਰਟਿਸਟ, ਫਿਲਮ ਆਰਟਿਸਟ ਹੋਈ ਹੈ ਮੰਦਰਾ ਬੇਦੀ। ਉਹਨਾਂ ਨੇ ਆਪਦੇ ਮੋਢੇ ਤੇ ਇੱਥੇ ਬੈਕ ਤੇ ਏਕ ਓਂਕਾਰ ਉਹ ਕਰਵਾ ਲਿਆ ਸੀਗਾ ਤੇ ਬੜੀ ਕੰਟਰੋਵਰਸੀ ਰਹੀ। ਮੈਨੂੰ ਨਹੀਂ ਪਤਾ ਉਹਨਾਂ ਨੇ ਇਸ ਗੱਲ ਦੀ ਮਾਫੀ ਮੰਗੀ ਕਿ ਨਹੀਂ ਮੰਗੀ, ਰੌਲਾ ਬੜਾ ਪਿਆ ਰਿਹਾ। ਹੁਣ ਅਮਰੀਕਾ ਦੇ ਵਿੱਚ ਇੱਕ ਪ੍ਰੋਫੈਸ਼ਨਲ ਪੰਜਾਬੀ ਕੁੜੀ ਹੈ, ਉਹਨੇ ਸਮੀਤ ਸਾਹਨੀ ਉਹਦਾ ਨਾਂ, ਉਹਨੇ ਆਪਦੇ ਇਸੇ ਜਗ੍ਹਾ ਤੇ ਗੁਰਬਾਣੀ ਦੀ ਇੱਕ ਤੁਕ ਜਿਹੜੀ ਅੰਕਿਤ ਕਰਵਾ ਲਈ। ਉਹ ਕਿਵੇਂ ਕਰਵਾਈ ਆ ਕਿਵੇਂ ਨਹੀਂ ਕਰਵਾਈ ਮੈਨੂੰ ਨਹੀਂ ਪਤਾ, ਪਰ ਚਰਚਾ ਫਿਰ ਸ਼ੁਰੂ ਹੋ ਗਈ। ਕਿਵੇਂ ਦੇਖਦੇ ਹੋ ਇਸ ਗੱਲ ਨੂੰ? ਦੇਖੋ ਜੀ, ਜਿਹੜਾ ਸੈਟ ਪੈਟਰਨ ਹੈਗਾ ਗੁਰਬਾਣੀ ਦਾ, ਔਰ ਜੋ ਇਹਦਾ ਰਹਿਤ ਮਰਿਆਦਾ ਸੈਟਅਪ ਕੀਤੀ, ਉਹਦੇ ਮੁਤਾਬਿਕ ਤੇ ਨਾ ਅਸੀਂ ਟੈਟੂ ਬਣਾ ਸਕਦੇ ਹਾਂ, ਨਾ ਕੁਝ ਲਿਖਵਾ ਸਕਦੇ ਹਾਂ, ਨਾ ਕੋਈ ਇਹਦੀ ਸਿੰਬੋਲਿਕ ਜਿਹੜਾ ਐਗਜ਼ੀਬਿਸ਼ਨ ਕਰ ਸਕਦੇ ਹਾਂ ਬਾਡੀ ਪਾਰਟ 'ਤੇ ਆਪਾਂ ਕਰਕੇ। ਬਟ ਜਿਹੜੇ ਏਕ ਓਂਕਾਰ ਦੇ ਟੈਟੂ ਸੀ, ਏਕ ਓਂਕਾਰ ਦੇ ਜਿਹੜੇ ਸਾਈਨ ਸੀ, ਉਹ ਅਸੀਂ ਗੁੱਟਾਂ 'ਤੇ ਬਾਹਾਂ 'ਤੇ ਦੇਖਦੇ ਆਏ ਸੀ। ਸ਼ੁਰੂ 'ਚ ਕਈਆਂ ਨੇ ਲਿਖਵਾਇਆ ਹੁੰਦਾ ਸੀ ਤੇ ਏਕ ਓਂਕਾਰ ਸਤਨਾਮ ਵਾਹਿਗੁਰੂ ਲਿਖਵਾਇਆ ਹੁੰਦਾ ਸੀ। ਬਟ ਇੱਕ ਐਸੇ ਬਾਡੀ ਦੇ ਸੈਂਸਿਟਿਵ ਪਾਰਟ 'ਤੇ ਤੁਸੀਂ ਗੁਰਬਾਣੀ ਦੀ ਤੁਕ ਲਿਖਾਓ ਜਿਹੜੀ ਕਿ ਇੱਕ ਨੰਗੇਜ ਅਤੇ ਅਸ਼ਲੀਲਤਾ ਦੀ ਜਿਹੜੀ ਜਿੱਥੋਂ ਹੱਦ ਸ਼ੁਰੂ ਹੁੰਦੀ ਹੈ ਉਸ ਕੈਟੇਗਰੀ 'ਚ ਆਉਂਦੀ ਹੈ, ਉਹ ਰੀਅਲੀ ਅਨਫੋਰਚੂਨੇਟ ਹੈ। ਅਤੇ ਮੇਰਾ ਜੋ ਮੈਂ ਦੇਖਦਾ ਹੈ ਇਹ ਰੀਜ਼ਨ ਇਹ ਹੈ ਇਸ ਦੇ ਪਿੱਛੇ, ਜਾਂ ਤਾਂ ਇਗਨੋਰੈਂਸ ਹੈ, ਠੀਕ ਹੈ ਜੀ, ਜਾਂ ਲੈਕ ਆਫ ਅਵੇਅਰਨੈਸ ਹੈ, ਜਿਹੜੀ ਇੱਕ ਨੌਲੇਜ ਦੀ ਘਾਟ ਕਹਿ ਲਓ ਤੁਸੀਂ। ਤੀਜਾ ਜਿਹੜੀ ਹੈ ਓਵਰ ਯੂਜ਼ ਆਫ ਲਿਬਰਟੀ, ਕਿ ਅਸੀਂ ਜੋ ਮਰਜ਼ੀ ਕਰ ਸਕਦੇ, ਜਿੱਥੇ ਮਰਜ਼ੀ ਅਸੀਂ ਖੁਦਵਾ ਸਕਦੇ ਹਾਂ। ਸੋ ਇਹ ਤਿੰਨੋਂ ਜਿਹੜੇ ਵਿਸ਼ੇ ਨੇ ਇਹ ਬਹਿਸ ਮੰਗਦੇ ਹੈ। ਬਟ ਇਹ ਹੈ ਕਿ ਇੱਕ ਮੈਸੇਜ ਜਿਹੜਾ ਹੈ ਉਹ ਗਲਤ ਗਿਆ ਹੈ, ਠੀਕ ਹੈ ਜੀ। ਔਰ ਕਈ ਵਾਰੀ ਇਸ ਤਰ੍ਹਾਂ ਦੇ ਮੈਸੇਜ ਜੋ ਜਾਂਦੇ ਹੈ ਤੇ ਉਸ ਆਉਣ ਵਾਲੇ ਟਾਈਮ ਵਾਸਤੇ ਗਲਤ ਪੈਣਾ ਪਾ ਦਿੰਦੇ ਹੈ। ਤਾਂ ਮੈਂ ਸਮਝਦਾ ਕਿ SGPC ਨੂੰ ਇੱਕ ਲਾਈਨ ਡਰਾ ਜ਼ਰੂਰ ਕਰਨੀ ਚਾਹੀਦੀ ਹੈ। ਆਪਣੇ ਸੋਰਸਿਸ ਹੈ, ਬੜੀ ਅਮੀਰ ਸੰਸਥਾ ਹੈ, ਇਹਨਾਂ ਕੋਲ ਪੈਸਾ ਵੀ ਹੈ, ਕਿ ਪ੍ਰਚਾਰ ਕੀਤਾ ਜਾਏ ਕਿ ਕਿਹੜੀ ਚੀਜ਼ ਕਰਨੀ ਹੈ, ਕਿਹੜੀ ਚੀਜ਼ ਨਹੀਂ ਕਰਨੀ, ਕਿਹੜੀ ਚੀਜ਼ ਅਗਰ ਕਰਨੀ ਚਾਹੁੰਦੇ ਹੋ ਤਾਂ ਕਿਸ ਤਰ੍ਹਾਂ ਕਰ ਸਕਦੇ ਹੋ। ਸੋ ਇਹ ਜਿਹੜਾ ਤੁਸੀਂ ਇਨਸੀਡੈਂਟ ਦੱਸੀ ਹੈ ਇਹ ਵੀ ਉਸ ਕੈਟੇਗਰੀ ਦੇ ਅੰਦਰ ਆ ਕੇ ਇੱਕ ਵੱਡਾ ਧਿਆਨ ਮੰਗਦਾ ਵਿਸ਼ਾ ਹੈਗਾ। ਇਹ ਕਈ ਵਾਰੀ ਕੋਈ ਇੱਦਾਂ ਤਾਂ ਨਹੀਂ ਲੱਗਦਾ ਹੁੰਦਾ ਜੀ ਵੀ ਕੋਈ ਸੰਕੀਰਨਤਾ ਵੀ ਹੈਗੀ ਆ ਕਿ ਅਸੀਂ ਹਰ ਗੱਲ 'ਤੇ ਰੋਕ ਲਾਉਣ ਦੀ ਗੱਲ ਕਰਦੇ ਹਾਂ? ਕੋਈ ਫਿਲਮ ਆਉਂਦੀ ਅਸੀਂ ਉਹ 'ਤੇ ਰੋਕ ਲਾਉਣ ਦੀ ਗੱਲ ਕਰਦੇ ਹਾਂ, ਕਿਸੇ ਨੇ ਟੈਟੂ ਬਣਾ ਲਿਆ ਅਸੀਂ ਉਹ 'ਤੇ ਰੋਕ ਲਾਉਣ ਦੀ ਗੱਲ ਕਰਦੇ ਹਾਂ। ਅਸੀਂ ਧਰਮ ਨੂੰ ਫੈਲਾਉਣ ਦੀ ਬਜਾਏ ਧਰਮ ਨੂੰ ਕੰਟਰੋਲ ਜਿਹਾ 'ਚ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਇੱਦਾਂ ਦੀ ਸੰਕੀਰਨਤਾ ਵਾਲੀ ਵੀ MP ਸਿੰਘ ਜੀ ਇਸ ਤਰ੍ਹਾਂ ਹੈ ਕਿ ਜਿਹੜਾ ਇੱਕ ਸਿੰਬੋਲਿਕ ਜਿਹੜਾ ਇੱਕ ਸਟੈਚੂ ਹੈ, ਇੱਕ ਪ੍ਰਤੀਬਿੰਬ ਹੈਗਾ ਗੁਰੂਆਂ ਦਾ ਜਾਂ ਹੋਰ ਹੈ, ਉਹ ਚਲੋ ਸੋਭਾ ਸਿੰਘ ਨੇ ਬਣਾਇਆ ਹੈਗਾ, ਇੱਕ ਪਿਕਚਰ ਬਣਾਈ ਹੈ ਗੁਰੂ ਨਾਨਕ ਦੇਵ ਜੀ। ਬਟ ਇਹ ਹੈ ਕਿ ਨਿਰਾਕਾਰ ਹੈਗੇ ਨੇ ਜੀ ਉਹਨਾਂ ਦੇ ਨਾਂ 'ਤੇ, ਉਹਨਾਂ ਦੀ ਕੋਈ ਡਿਸਕ੍ਰਿਪਸ਼ਨ ਆਪਾਂ ਕਰ ਸਕਦੇ ਹਾਂ ਨਾ ਹੀ ਉਹ ਦੇ ਸਕਦੇ ਹਾਂ, ਨਾ ਹੀ ਹੁਣ ਤੱਕ ਦੇਣੀ ਉਹ ਜਾਇਜ਼ ਸਮਝੀ ਗਈ ਹੈ। ਉਹਦੇ ਪਿੱਛੇ ਇੱਕ ਸਰਟਨ ਲੌਜਿਕ ਇਹ ਦਿੱਤਾ ਗਿਆ ਕਿ ਜਦੋਂ ਤੁਸੀਂ ਉਹਨੂੰ ਹਿਊਮੈਨਿਟਾਈਜ਼ ਕਰ ਦਿੰਦੇ ਹੋ, ਕਿਸੇ ਗੁਰੂ ਨੂੰ, ਕਿਸੇ ਮਹਾਨ ਸ਼ਕਤੀ ਨੂੰ ਕਰ ਦਿੰਦੇ ਹੋ ਤੁਸੀਂ, ਅਤੇ ਫਿਰ ਉਹਦਾ ਜਿਹੜਾ ਨਾ ਡੁਪਲੀਕੇਸੀ ਜਿਹੜੀ ਆ ਉਹ ਬਾਰ-ਬਾਰ ਹੁੰਦੀ ਹੈ, ਹਰ ਜਗ੍ਹਾ 'ਤੇ ਹੁੰਦੀ ਹੈ।
ਔਰ ਕਈ ਵਾਰੀ ਇਹ ਹੈ ਕਿ ਹੁਣ ਇੱਕ ਬੰਦਾ, ਇੱਕ ਕਰੈਕਟਰ, ਇੱਕ ਐਕਟਰ ਜਿਹੜਾ ਉਹ ਸਿਗਰਟ ਦੀ ਐਡਵਰਟੀਜ਼ਮੈਂਟਸ ਆ ਰਿਹਾ, ਲੈਟਸ ਸੇ, ਠੀਕ ਹੈ ਜੀ, ਔਰ ਨੈਕਸਟ ਡੇ ਜਾਂ ਨੈਕਸਟ ਮੰਥ ਜਾਂ ਨੈਕਸਟ ਈਅਰ ਉਹੀ ਬੰਦਾ ਜਿਹੜਾ ਹੈ ਉਹ ਇੱਕ ਐਸੀ ਵਿਅਕਤੀਤਵ ਦਾ ਉਹ ਰੋਲ ਕਰ ਰਿਹਾ ਹੈਗਾ, ਸਿੰਬੋਲਿਕਲੀ, ਜਿਹੜਾ ਕਿ ਜਿਹਨੇ ਕਿ ਉਹ ਬਿਲਕੁਲ ਪੋਲ ਦੇ ਪਾਰਟ ਹੈਗੇ ਦੋਨੋਂ ਚੀਜ਼ਾਂ, ਠੀਕ ਹੈ ਜੀ। ਉਸ ਟਾਈਮ ਤੇ ਫਿਰ ਭਾਵਨਾਵਾਂ ਨੂੰ ਥੋੜ੍ਹੀ ਠੇਸ ਪਹੁੰਚਦੀ ਹੈ। ਚਲੋ ਹਰ ਧਰਮ ਜਿਹੜਾ, ਹਰ ਵਰਗ ਹੈ, ਉਹਨਾਂ ਦੇ ਡਿਫਰੈਂਟ ਪੈਰਾਮੀਟਰਸ ਹੈਗੇ ਨੇ। ਰਾਮਲੀਲਾ ਹੁੰਦੀ ਹੈ, ਉਹਦੇ 'ਚ ਜੋ ਮਰਜ਼ੀ ਕਰੈਕਟਰ ਕੋਈ ਕਰ ਸਕਦਾ ਹੈ, ਉਹਦੇ ਬਾਰੇ ਮੈਂ ਟਿੱਪਣੀ ਨਹੀਂ ਕਰੂੰਗਾ। ਲੇਕਿਨ ਹੁਣ ਤੱਕ ਆਪਣੇ ਸਿੱਖ ਫਲਸਫੇ ਵਿੱਚ ਕਿਸੇ ਵੀ ਗੁਰੂ ਨੂੰ ਕਰੈਕਟਰਾਈਜ਼ ਕਰਨਾ, ਵਿਅਕਤੀਤਵ ਤੌਰ 'ਤੇ ਕਰੈਕਟਰਾਈਜ਼ ਕਰਨਾ, ਇਹ ਨਹੀਂ ਹੋਇਆ। ਅਤੇ ਇਹਦੇ ਪਿੱਛੇ ਪ੍ਰੋਪਰ ਲੌਜਿਕ ਹੈਗਾ, ਇਹਦੇ ਪਿੱਛੇ ਪ੍ਰੋਪਰ ਤੁਹਾਡਾ ਹੈ, ਇੱਕ ਰੀਜ਼ਨਿੰਗ ਹੈ। ਰਹੀ ਗੱਲ ਜਿਹੜੀ ਹੈ ਕਿ ਗੁਰਬਾਣੀ ਦੇ ਫੈਲਾਅ ਦੀ, ਜਾਂ ਗੁਰਬਾਣੀ ਦਾ ਫਲਸਫਾ ਜਿਹੜਾ ਉਹ ਫੈਲ ਕਿਉਂ ਨਹੀਂ ਰਿਹਾ, ਉਸ ਪੇਜ 'ਤੇ ਕਿਉਂ ਨਹੀਂ ਫੈਲ ਰਿਹਾ ਜਿਸ ਪੇਜ 'ਤੇ ਬਾਕੀ ਫਲਸਫੇ ਜਿਹੜੇ ਨੇ ਉਹ ਫੈਲ ਰਹੇ ਨੇ। ਉਹ ਵੰਸ ਅਗੇਨ ਜਿਹੜੀ ਹੈ ਕੇਂਦਰ ਬਿੰਦੂ ਜਿਹੜਾ ਆਉਂਦਾ ਹੈ ਉਹ SCPC 'ਤੇ ਆਉਂਦਾ ਹੈ, ਜਾਂ ਉਹਨਾਂ ਸੰਸਥਾਵਾਂ 'ਤੇ ਆਉਂਦਾ ਜਿਨ੍ਹਾਂ ਦੀ ਰਿਸਪੌਂਸੀਬਿਲਿਟੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਪੂਰੀ ਦੁਨੀਆ 'ਚ ਕਿੱਦਾਂ ਫੈਲਾਉਣਾ ਹੈਗਾ, ਠੀਕ ਹੈ ਜੀ। ਸੋ ਇਹ ਦੋਨੋਂ ਚੀਜ਼ਾਂ ਡਿਫਰੈਂਟ ਹੈਗੀਆਂ ਨੇ। ਇੱਕ ਤਾਂ ਕਰੈਕਟਰ ਕਰਨਾ, ਕਿਸੇ ਦਾ ਗੁਰੂ ਦਾ ਰੋਲ ਕਰਨਾ, ਜਾਂ ਕਿਸੇ ਗੋਬਿੰਦ ਸਿੰਘ ਜੀ ਦਾ, ਗੁਰੂ ਨਾਨਕ ਦੇਵ ਜੀ ਦਾ ਰੋਲ ਕਰਨਾ। ਦੂਸਰਾ ਇੱਕ ਸਿੱਖ ਫਲਸਫਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਜਿਹੜਾ ਇੱਕ ਸਿਧਾਂਤ ਹੈ ਉਹਨੂੰ ਪਹੁੰਚਾਉਣਾ। ਦੋਨਾਂ ਦੇ ਆਪਣੇ ਆਪਣੇ ਤਰੀਕੇ ਹੈਗੇ ਹੈ, ਔਰ ਉਹਦੇ ਵਿੱਚ ਵੀ ਇੱਕ ਲਾਈਨ ਡਰਾ ਕਰਨ ਦੀ ਲੋੜ ਹੈਗੀ ਹੈ ਜਿਹੜੇ ਬੰਦੇ ਰਿਸਪੌਂਸੀਬਲ ਹੈਗੇ ਨੇ। ਮੈਂ ਦੋ ਘਟਨਾਵਾਂ ਦੇ ਉੱਤੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਜੀ। ਰਮਾਇਣ ਇੱਕ ਨਾਟਕ ਬੜਾ ਪਾਪੂਲਰ ਹੋਇਆ ਜੀ, ਲੋਕਾਂ ਨੇ ਬੜੀ ਨਿਸ਼ਚਾ ਦੇ ਨਾਲ ਕਹਿ ਲਓ ਵੀ ਸੈਲਫ ਕਰਫਿਊ ਲਾ ਕੇ ਲੋਕੀ ਟੀਵੀ ਦੇ ਮੂਹਰੇ ਬੈਠ ਜਾਂਦੇ ਹੁੰਦੇ ਸੀਗੇ, ਤੇ ਉਹ ਹਰ ਰੋਜ਼ 1 ਘੰਟੇ, ਸੰਡੇ ਦੀ ਸੰਡੇ 1 ਘੰਟੇ ਦਾ ਪ੍ਰੋਗਰਾਮ ਆਉਂਦਾ ਸੀਗਾ। ਲੋਕੀ ਬੜੀ ਸਤਿਕਾਰ ਨਾਲ, ਇੱਜ਼ਤ ਮਾਣ ਨਾਲ ਉਹਨੂੰ ਸੁਣਦੇ ਹੁੰਦੇ ਸੀ। ਲੱਗਦਾ ਹੁੰਦਾ ਸੀ ਕਿ ਰਾਮਲੀਲਾ ਅਸੀਂ ਆਮ ਲੋਕ ਵੇਖਦੇ ਸੀ, ਪਰ ਉਹ ਇੱਕ ਡਿਫਰੈਂਟ ਤਰੀਕੇ ਨਾਲ ਉਹਨੂੰ ਕੀਤਾ ਗਿਆ ਸੀ। ਜਿਸ ਵਿਅਕਤੀ ਨੇ ਭਗਵਾਨ ਰਾਮ ਦਾ ਰੋਲ ਅਦਾ ਕੀਤਾ ਜੀ, ਉਹ ਕਿਤੇ ਕਿਸੇ ਪਾਰਕ ਵਿੱਚ ਬੈਠੇ ਸਿਗਰਟ ਪੀ ਰਹੇ ਸੀ, ਲੋਕਾਂ ਕੁੱਟ ਜਿਹੜੇ ਉਹਨਾਂ ਦਾ ਬੁਰਾ ਹਾਲ ਕਰ ਦਿੱਤਾ। ਅਰੁਣ ਗੋਇਲ ਐਕਸਪੈਕਟ ਨਹੀਂ ਕਰਦੇ ਸੀਗੇ ਲੋਕੀ ਕਿ ਭਗਵਾਨ ਰਾਮ ਦਾ ਰੋਲ ਅਦਾ ਕਰਨ ਵਾਲਾ ਬੰਦਾ ਇਹੋ ਜਿਹਾ ਕੰਮ ਕਰਦਾ ਹੋਵੇ। ਦੂਸਰੀ ਮੈਂ ਗੱਲ ਇਹ ਕਰਨੀ ਚਾਹੁੰਦਾ ਜੀ ਕਿ ਸਿੱਖੀ ਦੇ ਫੈਲਾਅ ਦੀ ਗੱਲ ਆਪਾਂ ਕਰ ਰਹੇ ਸੀ। ਸਿੱਖੀ ਦੇ ਫੈਲਾਅ ਦੀ ਵਿੱਚੋਂ ਗੱਲ ਇਹ ਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਨਾਉਂਸਮੈਂਟ ਕੀਤੀ ਆ ਕਿ ਪੰਜਾਬ ਵਿੱਚ ਜਾ ਕੇ ਅਸੀਂ ਸਿੱਖੀ ਦਾ ਪ੍ਰਚਾਰ ਕਰਾਂਗੇ। ਕੀ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਇਸ ਸਮਰੱਥਾ 'ਚ ਨਹੀਂ ਹੈਗੀ, ਇਸ ਕਾਬਲ ਨਹੀਂ ਆ ਕਿ ਉਹ ਸਿੱਖੀ ਦਾ ਪ੍ਰਚਾਰ ਜਿਹੜੀ ਕਰ ਸਕਦੀ ਹੋਵੇ, ਜਾਂ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਨਾਲਾਈਜ਼ ਕਰ ਲਿਆ, ਉਹ ਇਸ ਸੱਟੇ ਤੇ ਪਹੁੰਚ ਗਈ ਆ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਫੇਲਰ ਆ ਉਹਦੀ, ਕਿ ਉਹ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕੀ। ਹੁਣ ਇਹ ਸਾਨੂੰ ਜਿਹੜਾ ਕਮਰ ਕੱਸਾ ਕਰਨਾ ਪੈਣਾ, ਤੇ ਅਸੀਂ ਸਿੱਖੀ ਦਾ ਪ੍ਰਚਾਰ ਜਾ ਕੇ ਪੰਜਾਬ ਦੀਆਂ ਬਰੋਹਾਂ ਤੇ ਕਰਾਂਗੇ। ਜਿੱਥੋਂ ਤੱਕ MP ਸਿੰਘ ਜੀ ਸਿੱਖੀ ਦੇ ਪ੍ਰਚਾਰ ਦੀ ਗੱਲ ਹੈ, ਇਹ ਦੋਨੋਂ ਸੰਸਥਾਵਾਂ ਜਿਹੜੀਆਂ ਨੇ ਉਸ ਪੈਰਾਮੀਟਰ ਤੋਂ ਬਹੁਤ ਥੱਲੇ ਨੇ, ਬਹੁਤ ਦੂਰ ਹੈ, ਥੱਲੇ ਨੇ। ਮੈਂ ਕਹਿੰਦਾ ਸਿੱਖੀ ਦਾ ਪ੍ਰਚਾਰ ਇਸ ਸਟੇਜ ਤੇ ਇਹ ਹਾਲੇ ਬਾਟਮ ਤੇ ਨਹੀਂ, ਠੀਕ ਹੈ ਜੀ। ਦੂਜੀ ਗੱਲ, ਇੱਕ ਦੂਜੇ ਦੀ ਟੈਰੀਟਰੀ 'ਚ, ਇੱਕ ਦੂਜੇ ਦੇ ਕਾਰਜ ਖੇਤਰ 'ਚ ਜਾ ਕੇ ਪ੍ਰਚਾਰ ਕਰਨਾ, ਇਹ ਪੋਲੀਟੀਕਲ ਟਸਲ ਹੈਗੀ ਹੈ। ਇਹਦਾ ਧਰਮ ਨਾਲ, ਇਹਦਾ ਪ੍ਰਚਾਰ ਨਾਲ, ਇਹਦਾ ਸਿੱਖੀ ਸਿਧਾਂਤ ਨਾਲ, ਜਾਂ ਇਹਦਾ ਸਿੱਖ ਫਲਸਫੇ ਨਾਲ ਕੋਈ ਨੇੜਤਾ ਨਹੀਂ, ਕੋਈ ਸੰਬੰਧ ਨਹੀਂ। ਤਾਂ ਪੋਲੀਟੀਕਲ ਟਸਲ ਹੈਗੀ ਹੈ, ਕਿਉਂਕਿ ਦੋ ਡਿਫਰੈਂਟ ਜਿਹੜੀਆਂ ਨੇ ਪਾਵਰਸ ਹੈਗੀਆਂ ਨੇ, ਉਹ ਇੱਕ ਪੰਜਾਬ ਨੂੰ ਡਿਫਰੈਂਟ ਪਾਵਰ ਕੰਟਰੋਲ ਕਰ ਰਹੀ ਹੈ, ਦਿੱਲੀ 'ਚ ਇੱਕ ਡਿਫਰੈਂਟ ਪਾਵਰ ਕੰਟਰੋਲ ਕਰ ਰਹੀ ਹੈ। ਉਹ ਪਾਵਰ ਸਟਰਗਲ ਜਿਹੜੀ ਹੈ ਨਾ, ਜਿਸ ਤਰ੍ਹਾਂ ਹਿੰਦੀ 'ਚ ਇੱਕ ਵਰਡ ਯੂਜ਼ ਕਰਦੇ, ਵਰਚਸਵ ਦੀ ਲੜਾਈ, ਮਤਲਬ ਰੈਪੂਟੇਸ਼ਨ ਦੀ ਲੜਾਈ, ਜਾਂ ਆਪਣੇ, ਠੀਕ ਹੈ ਜੀ, ਉਹ ਚੱਲ ਰਹੀ ਹੈ। ਸਿੱਖੀ ਪ੍ਰਚਾਰ ਨਾਲ ਕੋਈ ਸੰਬੰਧ ਨਹੀਂ ਇਹਨਾਂ ਦਾ। ਮੈਂ ਪ੍ਰਚਾਰ ਦੀ ਗੱਲ ਦੀ ਇੱਕ ਮਿਸਾਲ ਤੁਹਾਨੂੰ ਦੇਣੀ ਚਾਹੁੰਦਾ ਜੀ। ਕਿਸੇ ਬਾਹਰਲੇ ਦੇਸ਼ ਦੀ ਗੱਲ ਹੈ, ਉੱਥੇ ਇੱਕ ਅਫਰੀਕਨ ਲੜਕੀ, ਉਹ ਇੱਕ ਪੰਜਾਬੀ ਮੁੰਡੇ ਨੂੰ ਜਾ ਕੇ ਪੰਜਾਬੀ ਵਿੱਚ ਬੁਲਾਉਂਦੀ ਹੈ, ਉਹਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਕਹਿੰਦੀ ਹੈ। ਫਿਰ ਉਹਨੂੰ ਪੰਜਾਬੀ ਬਾਰੇ ਬਹੁਤ ਸਾਰੀਆਂ ਗੱਲਾਂ ਪਤਾ, ਉਹ ਦੱਸਦੀ ਹੈ ਉਹਨੂੰ। ਫਿਰ ਉਹ ਪੱਤਰਕਾਰ ਉਹਨੂੰ ਪੁੱਛ ਰਿਹਾ ਹੈਗਾ, ਤੇ ਉਹ ਪੰਜਾਬੀ ਵਿੱਚ ਦੱਸਦੀ। ਫਿਰ ਉਹ ਗੁਰਬਾਣੀ ਬਾਰੇ ਵੀ ਗੱਲਾਂ ਕਰਦੀ ਹੈ, ਗੁਰੂ ਇਤਿਹਾਸ ਬਾਰੇ ਵੀ ਗੱਲਾਂ ਕਰਦੀ ਹੈ। ਉਹਨੂੰ ਪੁੱਛਿਆ ਗਿਆ ਕਿ ਤੈਨੂੰ ਸਾਰਾ ਕੁਝ ਕਿੱਦਾਂ ਪਤਾ? ਕਹਿੰਦੀ ਮੈਂ ਤੇ ਕੰਮ ਕਰਦੀ ਹਾਂ, ਰਿਸਰਚ ਕਰਦੀ ਹਾਂ, ਔਰ ਮੈਂ ਇਸ ਮੁੰਡੇ ਨੂੰ, ਇਸ ਵਿਅਕਤੀ ਨੂੰ ਤਾਂ ਮਿਲਣ ਆਈ ਹਾਂ ਕਿ ਇਹਨੇ ਆਪਦੀ ਕਾਰ ਦੇ ਵਿੱਚ ਖੰਡੇ ਦਾ
ਜਿਹੜਾ ਸੀਗਾ ਉਹ ਨਿਸ਼ਾਨ ਜਿਹੜਾ ਉਹ ਲਟਕਾਇਆ ਹੋਇਆ ਸੀ। ਮੈਨੂੰ ਲੱਗਾ ਕਿ ਜ਼ਰੂਰ ਪੰਜਾਬੀ ਹੋਊਗਾ, ਜ਼ਰੂਰ ਸਿੱਖ ਹੋਊਗਾ, ਭਾਵੇਂ ਉਹਦੇ ਸਿਰ ਤੇ ਪੱਗ ਨਹੀਂ ਸੀ। ਹੁਣ ਤੁਸੀਂ ਦੇਖੋ ਉਹਦੇ ਸਿਰ ਤੇ ਪੱਗ ਨਹੀਂ ਸੀ ਪਰ ਖੰਡਾ ਲਟਕਾਇਆ ਹੋਇਆ ਸੀ। ਉਸ ਅਫਰੀਕਨ ਲੜਕੀ ਨੇ ਜਿਹੜੀ ਪੰਜਾਬੀ ਭਾਸ਼ਾ ਨੂੰ ਜਾਣਦੀ ਸੀ, ਜਿਹਨੇ ਉਹਦੇ ਤੇ ਰਿਸਰਚ ਕੀਤੀ ਹੋਈ ਸੀ, ਜਿਹਨੂੰ ਗੁਰੂ ਇਤਿਹਾਸ ਬਾਰੇ ਵੀ ਸਮਝ ਸੀ, ਗੁਰਬਾਣੀ ਬਾਰੇ ਵੀ ਸਮਝ ਸੀ, ਉਹਦੀ ਅਪਰੋਚ ਕੀ ਹੈ। ਇਹ ਸਾਰਾ ਕੁਝ ਨੈਗੇਟਿਵ ਪੋਜ਼ਿਟਿਵ ਦੋਨੋਂ ਗੱਲਾਂ ਸਮਾਜ ਦੇ ਵਿੱਚ ਹੋ ਰਹੀਆਂ। ਠੀਕ ਹੈ ਜੀ। ਇਹਦੇ ਲਈ ਮੈਨੂੰ ਲੱਗਦਾ ਕਿ ਨਾ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਜੀਦਾ ਤੇ ਨਾ ਹੀ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਜੀਦਾ। ਜਿਵੇਂ ਤੁਸੀਂ ਕਹਿ ਦਿੱਤਾ ਕਿ ਪੋਲੀਟੀਕਲ ਮੋਟਿਵ ਹੈ ਇਹਨਾਂ ਸਾਰਾ ਕੁਝ ਦੇ ਪਿੱਛੇ, ਪਰ ਆਮ ਲੋਕ ਇਹਨਾਂ ਗੱਲਾਂ ਨੂੰ ਹੁਣ ਸਮਝਣ ਲੱਗ ਪਏ ਆ। ਉਹ ਇਹਦਾ ਨਿਰਣਾ ਆਪੇ ਮੈਨੂੰ ਲੱਗਦਾ ਕਰਨ ਦੇ ਕਾਬਲ ਹੋ ਜਾਣਗੇ। ਉਹਨਾਂ ਨੂੰ ਕਿਸੇ ਕਮੇਟੀ ਦੀਆਂ ਹਦਾਇਤਾਂ ਦੀ ਸ਼ਾਇਦ ਲੋੜ ਨਾ ਰਵੇ। ਬਿਲਕੁਲ ਠੀਕ ਹੈ ਜੀ। ਮੈਂ ਇੱਕ ਦੋ ਪੁਆਇੰਟ ਇੰਟਰੋਡਿਊਸ ਕਰਨਾ ਚਾਹੁੰਦਾ ਕਿ ਅਗਰ ਪ੍ਰਚਾਰ ਕਰਨਾ ਹੁੰਦਾ ਹੁਣ ਤੱਕ 1921 'ਚ ਬਣੀ ਇਹ ਸੰਸਥਾ, ਤਕਰੀਬਨ 100 ਸਾਲ ਹੋ ਗਏ ਇਹਨੂੰ, ਤੇ ਅੱਜ ਤੱਕ ਕੋਈ ਪ੍ਰੋਪਰ ਅਖਬਾਰ ਨਹੀਂ ਕੱਢ ਸਕੇ। ਠੀਕ ਹੈ ਜੀ। ਅੱਜ ਤੱਕ ਪ੍ਰੋਪਰ ਕੋਈ ਸਕੂਲ ਜਿਹੜਾ ਕਿ ਸੈਂਟਰ ਸਕੂਲ ਜਾਂ CBSE ਦੀ ਜਿਹੜੀ ਉਹ ਨੂੰ ਕੰਪੀਟ ਕਰ ਸਕੇ, ਉਹ ਨਹੀਂ ਕਰ ਸਕੇ। ਅੱਜ ਤੱਕ ਆਪਣਾ ਸਿਲੇਬਸ ਜਿਹੜਾ ਉਹਦੇ ਬਾਰੇ ਕੋਈ ਇਹ ਪੈਰਾਮੀਟਰ ਨਹੀਂ ਸੈੱਟ ਕਰ ਸਕੇ। ਔਰ ਸਭ ਤੋਂ ਜਿਹੜੀ ਅਨਫੋਰਚੂਨੇਟ ਚੀਜ਼ ਇਹ ਹੈ ਕਿ ਜਿਹੜੀਆਂ ਕੁਰੀਤੀਆਂ ਹੋ ਗਈਆਂ ਨੇ ਵਿੱਚ ਇੰਟਰੋਡਿਊਸ ਕੀਤੀਆਂ ਨੇ ਸਿੱਖ ਹਿਸਟਰੀ ਦੇ ਵਿੱਚ, ਜਾਂ ਸਿੱਖ ਹਿਸਟਰੀ ਦੇ ਵਿੱਚ, ਜੈਨੂਅਨ ਸਿੱਖ ਹਿਸਟਰੀ ਦੇ ਵਿੱਚ ਜਿਹੜੀ ਮਿਲਾਵਟ ਕੀਤੀਆਂ ਬੁੱਕਸ ਹੈਗੀਆਂ ਨੇ, ਉਹ ਇਹਨਾਂ ਦੇ ਸਕੂਲਾਂ ਦੇ ਵਿੱਚ ਸਿਲੇਬਸ ਦਾ ਪਾਰਟ ਹੈਗੀਆਂ ਨੇ। ਠੀਕ ਹੈ ਜੀ। ਰਿਵਿਊ ਬੋਰਡ ਨਹੀਂ ਬਣਿਆ ਕੋਈ। ਪਿਕਚਰਾਂ ਦੀ ਕੰਟਰੋਵਰਸੀ ਆਉਂਦੀ ਹੈ, ਕੋਈ ਸਿੱਖ ਸੈਂਸਰ ਬੋਰਡ ਨਹੀਂ ਬਣਾ ਸਕੇ। ਸੋ ਇਹ ਹਾਲੇ ਬਹੁਤ ਦੂਰ ਨੇ ਪ੍ਰਚਾਰ ਤੋਂ ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਜੀ ਕਿ ਮੈਂ ਅੰਮ੍ਰਿਤਸਰ ਗੁਰੂ ਨਾਨਕ ਯੂਨੀਵਰਸਿਟੀ 'ਚ ਮੈਂ ਫਰੈਂਚ ਪੜ੍ਹਦਾ ਹੁੰਦਾ ਸੀ ਪਾਰਟ ਟਾਈਮ, ਈਵਨਿੰਗ ਟਾਈਮ। ਹੋਟਲ ਦੀ ਜੌਬ ਕਰਨ ਤੋਂ ਬਾਅਦ ਮੈਂ ਜਾਣਾ ਉੱਥੇ, ਅਤੇ ਇੱਕ ਟੂਰਿਸਟ ਉੱਥੋਂ ਆਈ ਡਾਕਟਰ ਡਿਊ ਜੌਨਸ਼ੇ ਕਰਕੇ, ਫਰਾਂਸ ਤੋਂ, ਪੈਰਿਸ ਤੋਂ। ਉਹਨੇ ਹੋਟਲ ਸਟੇ ਕੀਤਾ। ਮੈਂ ਉਹਦੇ ਨਾਲ ਥੋੜ੍ਹੀ ਜਿਹੀ ਫਰੈਂਚ ਬੋਲੀ। ਉਹ ਇੰਨੀ ਇੰਪਰੈਸ ਹੋਈ, ਮੈਨੂੰ ਕਹਿੰਦੀ ਮੈਨੂੰ ਲੈ ਕੇ ਚੱਲ ਜਿੱਥੇ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਫਰੈਂਚ ਪੜ੍ਹਾਈ ਜਾਂਦੀ ਹੈ। ਮੈਂ ਲੈ ਕੇ ਗਿਆ। ਉਹਨੇ ਉੱਥੇ ਲੈਕਚਰ ਦਿੱਤਾ, ਸਟੂਡੈਂਟ ਇੰਟਰੈਕਟ ਹੋਏ, ਜਿਹੜੇ ਟੀਚਰ ਸੀ ਉਹ ਇੰਟਰੈਕਟ ਹੋਏ ਉਹਦੇ ਨਾਲ। ਠੀਕ ਹੈ ਜੀ। ਵਾਪਸ ਆਇਆ, ਅਗਲੇ ਦਿਨ ਉਹ ਚੈੱਕਆਊਟ ਕਰਕੇ ਚਲੀ ਗਈ। ਤੁਸੀਂ ਮੰਨੋਗੇ ਨਹੀਂ ਕਿ ਮੈਨੂੰ 1 ਮਹੀਨੇ ਬਾਅਦ ਇੱਕ ਤਕਰੀਬਨ 30 ਕਿਲੋ ਦਾ ਇੱਕ ਪਾਰਸਲ ਆਇਆ ਫਰਾਂਸ ਬੁੱਕਸ ਦਾ। 30 ਕਿਲੋ ਦਾ ਪਾਰਸਲ ਆਇਆ, ਵਿੱਚ ਉਹਦੇ ਡਿਕਸ਼ਨਰੀਜ਼, ਵਿੱਚ ਉਹਦੇ ਥੈਸਾਰਸ ਹੁੰਦੇ ਨੇ, ਵਿੱਚ ਇੱਕ ਹੋਰ ਸਿਧਾਂਤਿਕ ਬੁੱਕਸ ਹੁੰਦੀਆਂ ਨੇ। ਉਹਦੇ 'ਚ ਹਿਸਟਰੀ ਜਿਹੜੀ ਹੈ ਫਰੈਂਚ ਦੀ, ਜਿਹੜੀ ਰੈਵੋਲੂਸ਼ਨ ਉਹਦੇ ਬਾਰੇ ਸਾਰਾ ਕੁਝ ਫਰੈਂਚ ਵਿੱਚ ਬਕਸਾ ਭਰਿਆ ਪਿਆ। ਸਾਰੇ ਇਕੱਠੇ ਹੋ ਗਏ ਭਈ ਇਹ ਕੀ ਆਇਆ ਹਰਪ੍ਰੀਤ ਵਾਸਤੇ। ਮੈਂ ਉਹਨਾਂ ਸਾਹਮਣੇ ਖੋਲ੍ਹਿਆ ਅਤੇ ਉਹਦੇ 'ਚ ਬੁੱਕ ਸੀ ਜੀ। ਉਹ ਮੈਨੂੰ ਲੱਗਦਾ ਹੈ ਕਿ ਉਹ ਘੱਟੋ ਘੱਟ ਵੀ ਉਸ ਟਾਈਮ 'ਤੇ $600-700 ਜਿਹੜਾ ਦੀਆਂ ਬੁੱਕਸ ਖਰਚਾ ਉਹਦਾ ਕੀਤਾ ਹੋਊਗਾ, ਜਾਂ ਉਹਨੇ ਇੱਥੇ ਭੇਜਣ ਕਾਹਦੇ ਵਾਸਤੇ ਕੀਤਾ ਸੀ। ਠੀਕ ਹੈ ਜੀ। ਇਸੇ ਕਰਕੇ ਕੀਤਾ ਸੀ ਕਿ ਫਰੈਂਚ ਸਾਡੀ ਲੈਂਗੁਏਜ ਜਿਹੜੀ ਹੈ ਵਧੇ ਫੁੱਲੇ, ਸਾਡਾ ਕਲਚਰ ਵਧੇ ਫੁੱਲੇ, ਸਾਡਾ ਸਿਧਾਂਤ ਜਿਹੜਾ ਵਧੇ ਫੁੱਲੇ। ਦੁਨੀਆ ਦੇ ਇੱਕ ਐਸੇ ਹਿੱਸੇ 'ਚ ਅਗਰ ਉਹ ਫਰੈਂਚ ਭਾਸ਼ਾ ਪੜ੍ਹਾਈ ਜਾਂਦੀ ਹੈ ਤਾਂ ਉੱਥੇ ਹੋਰ ਲੋਕ ਅਟਰੈਕਟ ਹੋਣ। ਮੈਂ ਉਹੀ ਗੱਲ ਕਰਨੀ ਸੀ ਜੀ। ਮੈਂ ਪਿੱਛੇ ਜੇ ਮੈਨੂੰ 10 ਕੁ ਦਿਨ ਵਾਸਤੇ ਕੈਲਗਰੀ ਜਾਣਾ ਪਿਆ ਜੀ। ਜਿਸ ਹੋਟਲ ਦੇ ਵਿੱਚ ਮੈਂ ਠਹਿਰਿਆ ਸੀਗਾ, ਉੱਥੇ ਇੱਕ ਜਗ੍ਹਾ ਤੇ ਬਾਈਬਲ ਪਈ ਸੀ। ਉਹਨੂੰ ਕੋਈ ਪੜ੍ਹੇ ਜਾਂ ਨਾ ਪੜ੍ਹੇ, ਉਹਨਾਂ ਨੇ ਰੱਖੀ ਹੋਈ ਸੀ। ਠੀਕ ਹੈ ਜੀ। ਦੂਜੇ ਪਾਸੇ ਮੈਂ ਉਹ ਸੰਕੀਰਨਤਾ ਦੀ ਗੱਲ ਕੀਤੀ ਸੀ। ਦੂਜੇ ਪਾਸੇ ਮੈਨੂੰ ਖੁਦ ਨੂੰ ਪਤਾ ਜੀ, ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾਈਦਾ ਸੀਗਾ, ਤੇ ਬਾਹਰ ਨਿਕਲਦਿਆਂ ਸਾਰ ਘੰਟਾ ਘਰ ਵਾਲੇ ਪਾਸਿਓਂ ਬਹੁਤ ਸਾਰੇ ਸ਼ਰਧਾਲੂ, ਜਿਨ੍ਹਾਂ ਵਿੱਚ ਬਜ਼ੁਰਗ ਵੀ, ਔਰਤਾਂ ਵੀ ਹੁੰਦੇ ਸੀ, ਤੇ ਉਹ ਹੱਥਾਂ ਦੇ ਵਿੱਚ ਉਹਨਾਂ ਦੇ ਛੋਟੇ ਛੋਟੇ ਗੁਟਕੇ ਫੜੇ ਹੁੰਦੇ ਸੀਗੇ, ਜਿਹੜੇ ਸਿਰਫ 5 ਪੌੜੀਆਂ ਦਾ ਗੁਟਕਾ, ਜਾਂ ਪੂਰੇ ਜਪਜੀ ਸਾਹਿਬ ਦਾ ਗੁਟਕਾ, ਜਾਂ ਸੁਖਮਨੀ ਸਾਹਿਬ ਦਾ ਗੁਟਕਾ, ਜਾਂ ਰਹਿਰਾਸ ਸਾਹਿਬ ਦਾ ਪਾਠ, ਜਾਂ ਅਰਦਾਸ, ਇੱਦਾਂ ਦੇ ਛੋਟੇ ਛੋਟੇ ਹੁੰਦੇ ਸੀ। ਔਰ ਉਹ ਦਿੰਦੇ ਸੀਗੇ। ਲੋਕੀ ਸ਼ਰਧਾ ਨਾਲ ਲੈ ਵੀ ਲੈਂਦੇ ਸੀ, ਮੱਥਾ ਟੇਕਦੇ ਸੀ, ਆਪਦੇ ਘਰ ਲੈ ਜਾਂਦੇ ਸੀਗੇ। ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਮਤਲਬ ਸੰਕੀਰਨਤਾ ਮੈਨੂੰ ਲੱਗਦੀ ਆ ਇਹ ਧਰਮ ਨੂੰ ਫੈਲਾਉਣ, ਸਿੱਖੀ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਯੋਗਦਾਨ ਇਹ ਗੱਲਾਂ ਪਾ ਰਹੀਆਂ, ਜਾਂ ਉਹਨਾਂ ਦੇ ਵਿੱਚ ਰੁਕਾਵਟ ਪੈਦਾ ਕਰਕੇ ਜਾ ਰਹੀ। ਚਲੋ, ਮੈਂ ਇਸ ਵਿਸ਼ੇ ਨੂੰ, ਕਿਉਂਕਿ ਬਹੁਤ ਲੰਬੀ ਬਹਿਸ ਦਾ ਮੁੱਦਾ ਇਹ ਹੈਗਾ, ਤੇ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕ ਜਿਹੜੇ ਹੈਗੇ ਆ ਉਹ ਇਹਦੇ ਨਾਲ ਸਾਡੀ ਸਾਂਝ ਪਾਉਣ, ਉਹ ਆਪਦੇ ਵਿਚਾਰ ਰੱਖਣ, ਤੇ ਅਸੀਂ ਇਹਨੂੰ ਅੱਗੇ ਵਧਾਵਾਂਗੇ ਗੱਲ। ਜਿਵੇਂ ਦਾ ਜੀ, ਅੱਜ ਦੇ ਦਿਨ
6 ਅਕਤੂਬਰ ਤੋਂ ਲੈ ਕੇ 6 ਅਗਸਤ ਤੋਂ ਲੈ ਕੇ 9 ਅਗਸਤ ਤੱਕ ਹੀਰੋਸ਼ੀਮਾ ਨਾਗਾਸਾਕੀ ਉੱਤੇ ਅਮਰੀਕਾ ਦੀਆਂ ਫੌਜਾਂ ਨੇ ਬੰਬ ਮਾਰ ਕੇ 2 ਸ਼ਹਿਰ ਤਬਾਹ ਕਰ ਦਿੱਤੇ। ਮਨੁੱਖਤਾ ਦਾ ਪੂਰਾ ਘਾਣ ਹੋ ਗਿਆ। ਉੱਥੇ ਜੰਮਣ ਵਾਲੇ ਬੱਚੇ ਅੱਜ ਵੀ ਅਪਾਹਜ ਦੇ ਤੌਰ ਤੇ ਜੰਮਦੇ ਆ। ਉਸ ਵੇਲੇ ਉਹਨਾਂ ਲੋਕਾਂ ਦਾ ਕੀ ਹਾਲ ਹੋਇਆ, ਹਜ਼ਾਰਾਂ ਲੋਕ ਮਰ ਗਏ, ਅਪਾਹਜ ਹੋ ਗਏ, ਦਿਮਾਗੀ ਤੌਰ ਤੇ ਪ੍ਰਫੁੱਲਤ ਨਹੀਂ ਹੋ ਸਕੇ ਕਈ। ਉਦੋਂ ਬਾਅਦ ਇੰਨੇ ਸਾਲ ਬੀਤ ਗਏ। ਇਹ ਸ਼ਾਇਦ ਮੇਰਾ ਖਿਆਲ ਗੱਲ ਜਿਹੜੀ ਆ 1945 ਦੀ 76-77 ਸਾਲ ਹੋ ਗਏ ਜੀ। 77 ਸਾਲਾਂ ਬਾਅਦ ਵੀ ਅੱਜ ਦੇ ਲੋਕ, ਅੱਜ ਉੱਥੋਂ ਦੇ ਲੋਕ ਜਿਹੜੇ ਉਹ ਸੰਤਾਪ ਭੋਗ ਰਹੇ। ਉਹ ਸੰਤਾਪ ਭਰਿਆ ਦਿਨ ਜਿਹੜਾ ਸੀਗਾ ਉਹਨੂੰ ਤੁਸੀਂ ਕਿਵੇਂ ਉੱਤੇ ਯਾਦ ਕਰਦੇ, ਕਿਵੇਂ ਟਿੱਪਣੀ ਦਿੰਦੇ ਹੋ? ਦੇਖੋ, ਮੈਂ ਇਸ ਤੋਂ ਪਹਿਲਾਂ ਕਿ ਉੱਤੇ ਕੋਈ ਟਿੱਪਣੀ ਦਿਆਂ, ਮੈਂ ਉਸ ਬੰਦੇ ਦੀ ਬਾਇਓਗ੍ਰਾਫੀ ਦਾ ਰੈਫਰੈਂਸ ਦੇਣਾ ਚਾਹੁੰਦਾ ਜਿਸ ਬੰਦੇ ਨੇ ਬੰਬ ਡ੍ਰੌਪ ਕੀਤੇ ਸੀ ਉੱਥੇ। ਕਹਿੰਦਾ ਵੀ ਸਾਨੂੰ ਸਵੇਰੇ ਉੱਥੋਂ ਜਿਹੜਾ ਹਵਾਈ ਆਈਲੈਂਡ ਹੈ ਨਾ ਅਮਰੀਕਾ ਦਾ, ਉੱਥੋਂ ਉਹਨਾਂ ਨੇ ਟੇਕ ਆਫ ਕੀਤਾ ਸੀ ਤੇ ਉੱਥੋਂ ਮੇਰੇ ਖਿਆਲ 3 ਜਾਂ 3.5 ਘੰਟੇ ਦੀ ਫਲਾਈਟ ਹੈ, ਬਾਈ 3 ਘੰਟੇ ਤੋਂ ਵੀ ਘੱਟ ਦੂਰ ਹੈ ਉੱਥੋਂ। ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਜੀ, 1945 ਦੀ ਗੱਲ ਹੈ ਜਦੋਂ ਦੂਜੀ ਸੰਸਾਰ ਜੰਗ ਖਤਮ ਹੋ ਚੁੱਕੀ ਸੀ ਔਰ ਸਾਰੇ ਦੇਸ਼ਾਂ ਦੀਆਂ ਫੌਜਾਂ ਨੂੰ ਇਹ ਆਰਡਰ ਸੀ, ਹੁਕਮ ਸੀਗਾ ਕਿ ਆਪੋ ਆਪਣੇ ਘਰ ਚਲ ਜਾਓ। ਉਹ ਮੈਂ ਤੁਹਾਨੂੰ ਥੋੜ੍ਹਾ ਰੈਫਰੈਂਸ ਦਿੰਦਾ ਕਿ ਜੈਪਨੀਜ਼ ਫੌਜਾਂ ਨੇ ਨਾ ਇੱਕ ਅਮਰੀਕਾ ਦੀ ਇੱਕ ਪਰਲ ਹਾਰਬਰ ਹੈ ਇੱਕ, ਉਹ 'ਤੇ ਬੰਬਾਰੀ ਕਰਕੇ ਜਿਹੜੀ ਪੋਰਟ ਹੈ ਜਿਹੜੀ ਇੱਕ, ਉਸ ਪੋਰਟ 'ਤੇ ਬੰਬਾਰੀ ਕਰਕੇ ਬਹੁਤ ਜ਼ਿਆਦਾ ਨੁਕਸਾਨ ਕੀਤਾ। ਠੀਕ ਹੈ ਜੀ। ਹਾਲਾਂਕਿ ਲੜਾਈ ਇੱਕ ਤਰ੍ਹਾਂ ਨਾਲ ਖਤਮ ਹੋ ਚੁੱਕੀ ਸੀ ਜਾਂ ਹੋਣ ਵਾਲੀ ਸੀ, ਹਾਰਨ ਵਾਲੇ ਹਾਰ ਗਏ ਸੀ, ਜਿੱਤਣ ਵਾਲੇ ਜਿੱਤ ਗਏ ਸੀ, ਅਤੇ ਵਾਪਸੀ ਰਿਟਰੀਟ ਦਾ ਚੱਲ ਰਿਹਾ ਸੀ ਪ੍ਰੋਸੈਸ। ਬਟ ਇਹ ਇੰਸੀਡੈਂਟ ਕਰਕੇ ਅਮਰੀਕਾ ਨੇ ਫਿਰ ਇਹ ਡਿਸਾਈਡ ਕੀਤਾ ਕਿ ਜਾਪਾਨ ਨੂੰ ਇੱਕ ਸਬਕ ਸਿਖਾਉਣਾ ਹੈਗਾ। ਠੀਕ ਹੈ ਜੀ। ਅਤੇ ਉਹ ਬੰਦਾ ਜਿਹੜਾ ਮੈਨੂੰ ਨਾਂ ਭੁੱਲ ਗਿਆ ਪਾਇਲਟ ਦਾ, ਉਹ ਕਹਿੰਦਾ ਅਸੀਂ ਗਏ, ਟੇਕ ਆਫ ਕੀਤਾ, ਅਤੇ ਅਸੀਂ ਪਹਿਲਾਂ ਜਿਹੜਾ ਟਾਰਗੇਟ ਸੀ ਨਾ, ਪ੍ਰੋਜੈਕਟਡ ਟਾਰਗੇਟ ਸੀ, ਉੱਥੇ ਗਏ ਅਤੇ ਉੱਥੇ ਹਵਾ ਬਹੁਤ ਚੱਲ ਰਹੀ ਸੀ, ਇੱਕ ਵਿਜ਼ੀਬਿਲਿਟੀ ਬਹੁਤ ਘੱਟ ਸੀ। ਫਿਰ ਅਸੀਂ ਰਾਈਟ ਵੇ ਉਹ ਟਾਰਗੇਟ ਚੇਂਜ ਕੀਤਾ, ਹੀਰੋਸ਼ੀਮਾ 'ਤੇ ਫਿਰ ਕੀਤਾ। ਕਹਿੰਦੇ ਜਦੋਂ ਸਾਨੂੰ ਆਰਡਰ ਸੀ ਕਿ ਜਦੋਂ ਤੁਸੀਂ ਉਹ ਬੰਬ ਡ੍ਰੌਪ ਕਰ ਦਿਓ, ਉਸੇ ਵੇਲੇ ਤੁਸੀਂ ਆਪਣਾ ਜਹਾਜ਼ ਜਿਹੜੀ ਆ ਨਾ ਹਵਾ ਦੇ ਆਪੋਜ਼ਿਟ ਡਾਇਰੈਕਸ਼ਨ ਨੂੰ ਲੈ ਕੇ ਅਤੇ ਉੱਥੋਂ ਨਿਕਲ ਜਾਣਾ ਇੱਕ ਐਲਟੀਟਿਊਡ 'ਤੇ ਲੈ ਕੇ। ਕਹਿੰਦਾ ਵੀ ਸਟਿਲ ਮੈਂ ਦੇਖਣਾ ਚਾਹਿਆ ਕਿ ਹੁੰਦਾ ਕੀ ਹੈ। ਮੈਂ ਡ੍ਰੌਪ, ਮੇਰਾ ਕਹਿੰਦਾ ਧਿਆਨ ਥੱਲੇ ਸੀ, ਅਤੇ ਕਹਿੰਦੇ ਜਦੋਂ ਉਹ ਬੰਬ ਨੇ ਡ੍ਰੌਪ ਕੀਤਾ ਨਾ ਬਿਲਕੁਲ ਸੈਂਟਰ ਦਾ ਸਿਟੀ 'ਚ ਜਾ ਕੇ ਉਹ ਜਿੱਥੇ ਵੱਜਾ, ਅਤੇ ਕਹਿੰਦੇ ਕਿ ਕੁਝ ਸੈਕਿੰਡ ਬਾਅਦ ਇੱਕ ਗੁਬਾਰਾ ਜਿਹਨੂੰ ਕਹਿੰਦੇ ਆ, ਇੱਕ ਬੈਲੂਨ ਇੱਕ ਵਾਂਗੂ ਧੂੰਆਂ ਉੱਠਿਆ ਉੱਥੇ, ਅਤੇ ਉਸ ਤੋਂ ਬਾਅਦ ਉਹ ਬੈਲੂਨ ਕਹਿੰਦੇ ਰੁਕਿਆ ਨਹੀਂ, ਫੈਲਦਾ ਗਿਆ ਫੈਲਦਾ ਗਿਆ ਫੈਲਦਾ। ਮੈਨੂੰ ਇਸ ਤਰ੍ਹਾਂ ਲੱਗਾ ਉਹ ਮੇਰੇ ਜਹਾਜ਼ ਨੂੰ ਵੀ ਟੱਚ ਕਰ ਜਾਏਗਾ, ਪਰ ਅਸੀਂ ਕਰਕੇ ਉੱਥੋਂ ਨਿਕਲ ਗਏ। ਪਰ ਕਹਿੰਦੇ ਵੀ ਮੈਂ ਸੋਚਿਆ ਵੀ ਮੈਂ ਕੀ ਕਰ ਦਿੱਤਾ, ਜਿਹਦਾ ਇੰਨਾ ਵੱਡਾ ਮੈਗਨੀਚਿਊਡ ਤੁਸੀਂ ਜਹਾਜ਼ ਦੇ ਵਿੱਚੋਂ ਦੇਖ ਸਕਦੇ ਹੋ, ਤੇ ਜਿਹੜੇ ਥੱਲੇ ਲੋਕ ਨੇ ਉਹਨਾਂ ਦਾ ਕੀ ਹਾਲ। ਬਾਕੀ ਮੈਕੈਨਿਜ਼ਮ ਤੇ ਪੜ੍ਹਿਆ ਹੁੰਦਾ ਪਾਇਲਟ ਨੇ ਵੀ ਇਹਦਾ ਕਿੰਨਾ ਡਿਸਟਰਕਟਿਵ ਹੈਗਾ, ਕੀ ਨੁਕਸਾਨ ਕਰਦਾ। ਠੀਕ ਹੈ ਜੀ। ਫਿਰ ਉਹ ਪਾਇਲਟ ਜਿਹੜਾ ਵਾਪਸ ਆ ਗਿਆ ਜੀ, ਔਰ ਮੁੜ ਕੇ ਉਹ ਅੰਡਰ ਮੈਡੀਕੇਸ਼ਨ ਰਿਹਾ, ਡਿਪਰੈਸ਼ਨ 'ਚ ਗਿਆ। ਫਿਰ ਉਹ ਕਹਿੰਦੇ ਕਿ ਲਾਸਟ ਮੂਮੈਂਟ 'ਤੇ ਉਹ ਪਾਗਲ ਤੱਕ ਹੋ ਗਿਆ, ਉਹਨੂੰ ਬੰਨ੍ਹ ਕੇ ਰੱਖਣਾ ਪਿਆ। ਮਾਨਸਿਕ ਤੌਰ ਤੇ ਪਰੇਸ਼ਾਨੀ ਤਾਂ ਹੋਊ ਨਾ ਕਿ ਮੈਂ ਕੀਤਾ ਕੀ ਹੈ। ਠੀਕ ਹੈ ਜੀ। ਸੋ ਇਹ ਚੀਜ਼ ਹੈ ਕਿ ਜੋ ਤੁਸੀਂ ਜਾਣੇ ਅਣਜਾਣੇ ਜਾਂ ਕਿਸੇ ਡਿਊਟੀ ਵਾਈਜ਼, ਦੁਨੀਆ ਵਿੱਚ ਪਹਿਲੀ ਵਾਰੀ ਉਹ ਐਟਮ ਬੰਬ ਜਿਹੜਾ ਸੀ ਉਹ ਚਲਾਇਆ ਗਿਆ, ਪਹਿਲੀ ਤੇ ਆਖਰੀ ਵਾਰ ਹੁਣ ਤੱਕ, ਹੈ ਨਾ। ਹਾਂਜੀ। ਅਤੇ ਉਹ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਜਿੰਨਾ ਉਹਨਾਂ ਦਾ ਸਟਾਕ ਸੀ ਉਸ ਟਾਈਮ 'ਤੇ, ਹੁਣ ਮੇਰੇ ਖਿਆਲ 200% ਜ਼ਿਆਦਾ ਸਟਾਕ ਹੈਗਾ ਕੁੱਲ ਦੁਨੀਆ 'ਚ ਬੰਬ ਦਾ। 200% ਉਸ ਟਾਈਮ 'ਤੇ ਜੋ ਬੋਮਿੰਗ ਸੀ ਲੋਕਾਂ ਕੋਲ, ਉਸ ਤੋਂ ਜ਼ਿਆਦਾ ਹੈ। ਅਤੇ ਉਹਨਾਂ ਦੀ ਕੈਪੈਸਿਟੀ ਵੀ 100 ਗੁਣਾ ਜ਼ਿਆਦਾ ਹੈਗੀ। ਔਰ ਉਹ ਸਾਰਿਆਂ ਨੂੰ ਜ਼ਿਆਦਾ ਜਿਹੜੇ ਜੀ ਉਹ ਏਸ਼ੀਅਨ ਕੰਟਰੀਜ਼ ਦੇ ਕੋਲ ਆ। ਇੰਡੀਆ ਕੋਲ ਆ, ਪਾਕਿਸਤਾਨ ਕੋਲ, ਚਾਈਨਾ ਕੋਲ, ਜਾਪਾਨ ਕੋਲ 150 ਨੇ ਜੀ। ਹਿਸਾਬ ਲਾ ਲਓ, ਮੈਂ ਤੁਹਾਨੂੰ ਸਟੈਟਿਸਟਿਕਸ ਦੱਸਦਾ, ਪਾਕਿਸਤਾਨ ਕੋਲ 160 ਹੈਗੇ। ਹਾਂਜੀ। ਔਰ ਤੁਸੀਂ ਦੇਖੋ ਵੀ ਉਹਨਾਂ ਦੇ ਏਰੀਆਜ਼ ਕਿੰਨੇ ਆ, ਹਰ ਸਿਟੀ ਆ ਉਹਦੇ 'ਤੇ ਟਾਰਗੇਟ ਕੀਤਾ ਹੋਇਆ। ਲੈਟ ਸੇ ਪਰਮਾਤਮਾ ਨਾ ਕਰੇ ਇਸ ਤਰ੍ਹਾਂ ਦੀ ਸਿਚੁਏਸ਼ਨ ਆਏ ਕੋਈ, ਅਗਰ ਉਹ ਬਟਨ ਜਿਹੜੇ ਨੇ ਐਕਸੀਡੈਂਟਲੀ ਦਬ ਜਾਂਦੇ ਆ ਅਤੇ ਫਿਰ ਉਹ ਚੇਨ ਰਿਐਕਸ਼ਨ ਹੋਏਗਾ। ਇੱਕ ਪਾਸੇ ਦੱਬੇ, ਦੂਜਿਆਂ ਨੇ ਕਹਿਣਾ ਕਿ ਅਸੀਂ ਵੀ ਹੁਣ, ਔਰ ਇੱਕ ਸਿਟੀ ਦੇ ਉੱਤੇ ਉਹ ਟਾਰਗੇਟ ਹੈਗਾ ਬੰਬ। ਅਤੇ ਤੁਸੀਂ ਦੇਖ ਲਓ ਵੀ ਹੀਰੋਸ਼ੀਮਾ ਨਾਗਾਸਾਕੀ ਦਾ ਅੱਜ ਤੋਂ 77 ਸਾਲ ਪਹਿਲਾਂ ਜੋ ਹਾਲ ਹੋਇਆ ਸੀ, ਅੱਜ ਉਹਦੀ ਡਿਸਟਰਕਸ਼ਨ ਪਾਵਰ ਹੈ ਜਿਹੜੀ ਆ 100 ਗੁਣਾ ਜ਼ਿਆਦਾ ਹੈਗੀ ਹੈ। ਬਿਲਕੁਲ। ਠੀਕ ਹੈ ਜੀ। ਤਾਂ ਅਸੀਂ
ਫਿਲਾਸਫਰ ਠੀਕ ਕਹਿੰਦੇ ਆ, ਅਸੀਂ ਬਰੂਦ ਦੇ ਢੇਰ ਤੇ ਬੈਠੇ ਹਾਂ, ਧਰਤੀ ਤੇ ਨਹੀਂ ਬੈਠੇ, ਬਿਲਕੁਲ ਜੀ, ਬਰੂਦ ਦੇ ਢੇਰ ਤੇ ਬੈਠੇ ਹਾਂ। ਇਹ ਹਾਲਾਤ ਕੀ ਹੈਗੇ ਜੀ, ਜਿਹੜੀ ਸਰਮਾਏਦਾਰੀ ਮੁਲਕ ਹੈਗੇ ਉਹਨਾਂ ਦੀ ਆਪਸੀ ਟੱਕਰ, ਆਪਸੀ ਕੰਟਰੋਡਕਸ਼ਨ ਜਿਹੜੀ ਆ ਉਹ ਕਿਸ ਪੱਧਰ ਤੇ ਹੋਈ ਆ। ਅਮਰੀਕਾ ਦੀ ਜਿਹੜੀ ਪਾਰਲੀਮੈਂਟ ਹੈ ਉਹਦੀ ਸਪੀਕਰ ਤਾਇਵਾਨ ਗਈ ਹੈ ਚਾਈਨਾ ਵੱਲੋਂ ਵਿਰੋਧ ਕਰਨ ਦੇ ਬਾਵਜੂਦ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਹੋਵੇ, ਮੈਂ ਨਹੀਂ ਕਹਿੰਦਾ ਕਿ ਮੈਨੂੰ ਜ਼ਿਆਦਾ ਪਤਾ, ਤਾਇਵਾਨ ਨੂੰ ਹੁਣ ਤੋਂ ਪਹਿਲਾਂ, ਤਾਇਵਾਨ ਨਾਂ ਰੱਖਣ ਤੋਂ ਪਹਿਲਾਂ ਰਿਪਬਲਿਕ ਆਫ ਚਾਈਨਾ ਕਿਹਾ ਜਾਂਦਾ ਸੀ। ਚਾਈਨਾ ਕਹਿੰਦਾ ਕਿ ਸਾਡਾ ਪਾਰਟ ਹੈ ਪਰ ਬਾਗੀ ਹੈ। ਜਿਵੇਂ ਕਦੀ ਗੱਲ ਕੁਬੇਕ ਸੂਬੇ ਬਾਰੇ ਵੀ ਚੱਲਦੀ ਹੈ, ਕੁਬੇਕ ਵੀ ਕਈ ਵਾਰੀ ਕਹਿੰਦਾ ਕਿ ਮੇਰਾ ਕਨਸਟੀਟਿਊਸ਼ਨ ਅਲੱਗ ਹੈਗਾ, ਮੈਂ ਕੈਨੇਡਾ ਦਾ ਪਾਰਟ ਨਹੀਂ ਹੈ। ਤੇ ਉਂਝ ਅਮਰੀਕਾ ਜਿਹੜਾ ਉਹ ਸਾਰੇ ਕੈਨੇਡਾ ਨੂੰ ਕਹਿੰਦਾ ਕਿ ਇਹ ਵੀ ਮੇਰਾ ਪਾਰਟ ਹੀ, ਮੇਰਾ ਹਿੱਸਾ ਹੀ ਹੈ। ਦੁਨੀਆ ਦੇ ਸਰਮਾਏਦਾਰੀ ਜਿਹੜੀ ਆ ਉਹ ਕਿਵੇਂ ਦੁਨੀਆ ਦੀ ਇਸ ਧਰਤੀ ਨੂੰ ਵੰਡਣ ਦੀ ਕੋਸ਼ਿਸ਼ ਕਰਦੀ ਹੈ। ਔਰ ਉਹ ਜਿਹੜੀ ਨੈਂਸੀ ਉਹਨਾਂ ਦੀ ਸਪੀਕਰ ਹੈ ਅਮਰੀਕਨ ਪਾਰਲੀਮੈਂਟ ਦੀ, ਉਹ ਜਦੋਂ ਇੱਕ ਜਹਾਜ਼ ਵਿੱਚ ਬੈਠ ਕੇ ਤਾਇਵਾਨ ਜਾ ਰਹੀ ਹੈ ਤੇ 18 ਜਿਹੜੇ ਫਾਈਟਰ ਜਹਾਜ਼ ਹੈ ਉਹਨੂੰ ਪ੍ਰੋਟੈਕਟ ਕਰਕੇ ਉੱਥੇ ਪਹੁੰਚਾ ਰਿਹਾ। ਇਹ ਕੀ ਹੋ ਰਿਹਾ ਦੁਨੀਆ ਦਾ, ਇਹ ਕਦੀ ਸੋਚ ਕੇ ਡਰ ਲੱਗਣ ਵਾਲੀ ਹਾਲਤ ਬਣ ਜਾਂਦੀ ਆ। ਔਰ ਜਿਵੇਂ ਜਵੰਦਾ ਨੇ ਦੱਸਿਆ ਕਿ ਅਸੀਂ ਬਰੂਦ ਦੇ ਢੇਰ ਤੇ ਬੈਠੇ ਹਾਂ, ਕਿਹੜੇ ਵੇਲੇ ਕਿਹੜੇ ਪਾਗਲ ਦਿਮਾਗ ਨੇ ਉਸ ਫਲੀਤੇ ਨੂੰ ਅੱਗ ਲਾ ਦੇਣੀ ਆ ਤੇ ਸਭ ਕੁਝ ਢਹਿ ਢੇਰੀ ਕਰ ਦੇਣਾ। ਫਿਰ ਕੀ ਬਣਨਾ ਦੁਨੀਆ ਦਾ, ਉਹਦਾ ਮੂੰਹ ਮੁਹਾਂਦਰਾ ਕੀ ਹੋਊਗਾ, ਤੁਸੀਂ ਸੋਚ ਕੇ ਵੀ ਜਿਹੜਾ ਉਹ ਪਰੇਸ਼ਾਨ ਹੋ ਸਕਦੇ ਹੋ। ਉਹ ਬੰਬ ਸੁੱਟ ਕੇ ਬੰਦਾ ਪਾਗਲ ਹੋ ਗਿਆ, ਤੁਸੀਂ ਸੋਚ ਕੇ ਵੀ ਪਾਗਲ ਹੋਣ ਵਾਲੀ ਹਾਲਤ 'ਚ ਹੋ ਜਾਓ। MP ਸਿੰਘ ਜੀ, ਅੱਜ ਤੋਂ 7-8 ਸਾਲ ਪਹਿਲੇ ਇੱਕ ਜਰਮਨ 'ਚ ਐਕਸੀਡੈਂਟ ਹੋਇਆ ਸੀ। ਬੜੀ ਰਿਪਿਊਟਡ ਇੱਕ ਏਅਰਲਾਈਨ ਸੀ, ਉਹਦਾ ਪਲੇਨ ਪਾਇਲਟ ਨੇ ਡਿਲੀਬਰੇਟਲੀ ਜਾਣਬੁੱਝ ਕੇ ਇੱਕ ਪਹਾੜੀ ਦੇ ਵਿੱਚ ਮਾਰ ਦਿੱਤਾ। ਠੀਕ ਹੈ ਜੀ, 160 ਦੇ ਕਰੀਬ ਬੰਦੇ ਖਤਮ ਹੋ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹ ਕੀਤਾ ਕਿ ਹਰ ਪਲੇਨ ਦੇ ਵਿੱਚ 2 ਪਾਇਲਟ ਹੋਣਗੇ। ਠੀਕ ਹੈ ਜੀ, ਅਗਰ ਕਿਸੇ ਨੇ ਵਾਸ਼ਰੂਮ ਵੀ ਜਾਣਾ ਤੇ ਇੱਕ ਰਹਿ ਕੇ ਦੋਨੋਂ ਇਕੱਠੇ ਨਹੀਂ ਜਾ ਸਕਦੇ, ਇਸ ਤਰ੍ਹਾਂ ਦਾ ਉਹਨਾਂ ਨੇ ਕੀਤਾ ਸੀ। ਪਰ ਉਹ ਮੁੜ ਕੇ ਜਦੋਂ ਉਹਦਾ ਐਨਾਲਿਸਿਸ ਕੀਤਾ ਤਾਂ ਉਹਨਾਂ ਨੇ ਕਿਹਾ ਉਹਨੂੰ ਕੋਈ ਪਰੇਸ਼ਾਨੀ ਸੀ, ਨਾ ਉਹਦਾ ਕੋਈ ਏਅਰਲਾਈਨ ਦੇ ਨਾਲ ਝਗੜਾ ਸੀ, ਰੌਲਾ ਸੀ, ਨਾ ਉਹਦਾ ਪੈਸੇਂਜਰ ਦੇ ਨਾਲ ਸੀ, ਨਾ ਉਹਨੂੰ ਕੋਈ ਪਰਸਨਲ ਕੋਈ ਪ੍ਰੋਬਲਮ ਸੀ। ਉਹ ਉਸ ਦਿਨ ਘਰੇਲੂ ਪਰੇਸ਼ਾਨੀ ਕਰਕੇ ਉਹਨੇ ਇਹ ਸਟੈਪ ਚੱਕਿਆ। ਮੈਂ ਹੁਣ ਸਮਝਦਾ ਕਿ ਜਿਸ ਬੰਦੇ ਕੋਲ ਕੰਟਰੋਲ ਹੈ ਇੱਕ ਬੰਬ ਦਾ, ਠੀਕ ਹੈ ਜੀ, ਇੱਕ 99 'ਚ ਜਦੋਂ ਕਾਰਗਿਲ ਵਾਰ ਲੱਗੀ ਹੈ, ਉਦੋਂ ਬਹੁਤ ਜ਼ਿਆਦਾ ਸਪੈਕੂਲੇਸ਼ਨ ਸੀ ਕਿ ਪਤਾ ਨਹੀਂ ਕਿਹੜੇ ਕੰਟਰੀ ਨੇ ਦੱਬ ਦੇਣਾ ਹੈਗਾ ਪ੍ਰੈਜ਼ੀਡੈਂਟ। ਠੀਕ ਹੈ ਜੀ, ਮੈਂ ਅਕਸਰ ਸੋਚਦਾ ਹਾਂ ਕਿ ਅਗਰ ਕੋਈ ਪਰਸਨਲ ਪ੍ਰੋਬਲਮ ਕਰਕੇ ਜਾਂ ਪਰਸਨਲ ਪਰੇਸ਼ਾਨੀ ਕਰਕੇ ਜਾਂ ਪਰਸਨਲ ਪਾਗਲਪਨ ਕਰਕੇ ਹੀ ਉਹ ਐਕਸੀਡੈਂਟਲੀ ਦੱਬ ਦਿੰਦਾ ਹੈ। ਠੀਕ ਹੈ ਜੀ, ਹਿਊਮਨ ਸਾਈਕੋਲੋਜੀ ਆ ਪੈਰ ਤੇ ਬਦਲਦੀ ਹੈ। ਤੇ ਤੁਸੀਂ ਦੇਖੋ ਵੀ ਉਹ ਚੇਨ ਰਿਐਕਸ਼ਨ ਜਾਂ ਮਲਟੀਪਲਾਇਰ ਇਫੈਕਟ ਉਹਦਾ ਕਿੰਨਾ ਡਿਜ਼ਾਸਟਰਸ ਹੋਏਗਾ। ਪਾਗਲਾਂ ਦੀ ਦੁਨੀਆ ਵਿੱਚ ਰਹਿ ਰਹੇ ਜੀ। ਕੌਣ ਵੱਡਾ ਪਾਗਲ ਹੈ ਇਹ ਤਾਂ ਜਦੋਂ ਸਵਿੱਚ ਦੱਬ ਹੋਊਗਾ ਉਦੋਂ ਪਤਾ ਲੱਗਣਾ। ਤੇ ਜਿੰਨਾ ਬਚਾਅ ਕੀਤਾ ਜਾ ਸਕਦਾ ਹੈ ਕਰਨਾ ਚਾਹੀਦਾ। ਪਾਗਲ ਨਹੀਂ ਹੋਣਾ ਚਾਹੀਦਾ, ਭਾਵੇਂ ਅਸੀਂ ਪਾਗਲਾਂ ਦੀ ਦੁਨੀਆ ਵਿੱਚ ਪਾਗਲਖਾਨੇ ਵਿੱਚ ਰਹਿ ਰਹੇ ਹਾਂ। ਪਾਗਲਾਂ ਵਾਲੇ ਹਾਲਾਤ ਸਾਡੇ ਸਾਰਿਆਂ ਦੇ ਬਣਦੇ ਜਾਂਦੇ ਆ। ਅਸੀਂ ਕਿਸੇ ਨਾ ਕਿਸੇ ਮਾਨਸਿਕ ਦੁਬਦਾ ਦਾ ਸ਼ਿਕਾਰ ਆ, ਮਾਨਸਿਕ ਅਸ਼ਾਂਤੀ ਦਾ ਸ਼ਿਕਾਰ ਆ। ਪਰ ਆਪਣੇ ਆਪ ਤੇ ਕਿੰਨਾ ਕੰਟਰੋਲ ਕਰ ਸਕਦੇ ਹਾਂ, ਆਪਣੇ ਆਲੇ ਦੁਆਲੇ ਤੇ ਕਿੰਨਾ ਕੰਟਰੋਲ ਕਰ ਸਕਦੇ ਹਾਂ, ਇਹ ਸਾਡੇ ਆਪ ਦੇ ਵੱਸ ਹੈ। ਅਸੀਂ ਦੁਆ ਕਰਦੇ ਹਾਂ ਕਿ ਸਾਰੀ ਦੁਨੀਆ ਵਿੱਚ ਸੁੱਖ ਸ਼ਾਂਤੀ ਦਾ ਵਰਤਾਰਾ ਜਿਹੜਾ ਰਵੇ, ਭਾਈਚਾਰਾ ਬਣਿਆ ਰਵੇ ਔਰ ਸਾਰੇ ਲੋਕ ਜ਼ਿੰਦਗੀ ਚੰਗੀ ਜਿਉਣ ਤੇ ਕਿਸੇ ਦੂਸਰੇ ਨੂੰ ਚੰਗੀ ਜ਼ਿੰਦਗੀ ਜਿਉਣ ਦੇ ਲਈ ਸਹਾਰਾ ਬਣ ਸਕਣ। ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜਵੰਦਾ ਜੀ, ਤੁਸੀਂ ਟਾਈਮ ਕੱਢਿਆ ਔਰ ਬੜੀਆਂ ਬਹੁਮੁੱਲੀ ਕੀਮਤੀ ਜਿਹੜੀਆਂ ਉਹ ਵਿਚਾਰਾਂ ਜਿਹੜੀਆਂ ਰੱਖੀਆਂ। ਥੈਂਕ ਯੂ ਵੈਰੀ ਮਚ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜੀ, ਹੌਟਲਾਈਨ ਟੂਡੇ, ਜਿਹਦੇ ਵਿੱਚ ਹਰਪ੍ਰੀਤ ਜਵੰਦਾ ਜੀ ਹੋਰਾਂ ਨੇ ਕੁਝ ਮਹੱਤਵਪੂਰਨ ਅਹਿਮ ਘਟਨਾਵਾਂ, ਅਹਿਮ ਖਬਰਾਂ ਦੇ ਉੱਤੇ ਆਪਣੀਆਂ ਵਿਭਾਗ ਟਿੱਪਣੀਆਂ ਦਿੱਤੀਆਂ। ਇਹ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ, ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਜਿਹੜਾ ਫੇਸਬੁੱਕ ਤੇ YouTube ਤੇ ਨਾਲ ਚੱਲ ਰਿਹਾ ਉੱਥੇ ਤੁਸੀਂ ਟਿੱਪਣੀ ਦੇ ਕੇ ਦੱਸ ਸਕਦੇ ਹੋ, ਉਸ ਪ੍ਰੋਗਰਾਮ ਦਾ ਵਿੱਚ ਹਿੱਸੇਦਾਰ ਬਣ ਸਕਦੇ ਹੋ। ਥੈਂਕ ਯੂ ਵੈਰੀ ਮਚ।